ਜਿਸਨੂੰ ਮਤਿ ਆਵੇ ਸੋ ਸਤਿਗੁਰ ਮਾਹੀ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮ। ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ। ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ। ਨਿਜ ਘਰ ਵਾਸਾ ਹੋਏ। ਸ਼੍ਰੀ ਰਾਗ ਮਹਿਲਾ ਚੌਥਾ। ਨਾਮ ਮਿਲੈ ਮਨ ਤ੍ਰਿਪਤੀਐ ਬਿਨ ਨਾਮੈ ਤ੍ਰਿਗ ਜੀਵਾਸ। ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦਸੇ ਪ੍ਰਭ ਗੁਣ ਦਾਸ। ਹਾਂ ਤਿਸ ਵਿਟੋਂ ਚੌਖਨੀਐ ਮੈਂ ਨਾਮ ਕਰੇ ਪਰਗਾਸ। ਮੇਰੇ ਪ੍ਰੀਤਮਾ ਹਾਂ ਜੀਵਾ ਨਾਮ ਧਿਆਏ ਬਿਨ ਨਾਮੈ ਜੀਵਨ ਨਾ ਥੀਐ। ਮੇਰੇ ਸਤਿਗੁਰ ਨਾਮ ਦਿਰੜਾਏ ਰਹਾਉ। ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ। ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪਰਗਾਸ। ਧਨ ਵਡ ਭਾਗੀ ਵਡ ਭਾਗੀਆਂ ਜੋ ਆਏ ਮਿਲੇ ਗੁਰ ਪਾਸ। ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਵਸ ਕਾਲ। ਹੋਏ
ਫਿਰ ਫਿਰ ਜੋਨ ਪਵਾਈਐ, ਵਿੱਚ ਵਿਸ਼ਟਾ ਕਰ ਵਿਕਰਾਲ, ਉਹਨਾਂ ਪਾਸ ਦੁਆਸ ਨਾ ਭਿਟੀਐ, ਜਿਨ ਅੰਤਰ ਕ੍ਰੋਧ ਚੰਡਾਲ, ਸਤਿ ਗੁਰ ਪੁਰਖ ਅੰਮ੍ਰਿਤ ਸਰ, ਵਡ ਭਾਗੀ ਨਾਮੈ ਆਏ, ਉਨ ਜਨਮ ਜਨਮ ਕੀ ਮੈਲ ਉਤਰੈ, ਨਿਰਮਲ ਨਾਮ ਧਿਰੜਾਏ, ਜਨ ਨਾਨਕ ਉਤਮ ਪਦ ਪਾਇਆ, ਸਤਿ ਗੁਰ ਕੀ ਲੇਵ ਲਾਏ, ਸਤਿ ਗੁਰ ਪੁਰਖ ਅੰਮ੍ਰਿਤ ਸਰ, ਵਡ ਭਾਗੀ ਨਾਮੈ ਆਏ, ਉਨ ਜਨਮ ਜਨਮ ਕੀ ਮੈਲ ਉਤਰੈ, ਨਿਰਮਲ ਨਾਮ ਧਿਰੜਾਏ, ਜਨ ਨਾਨਕ ਉਤਮ ਪਦ ਪਾਇਆ, ਸਤਿ ਗੁਰ ਕੀ ਲੇਵ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਸ਼੍ਰੀ ਰਾਗ ਅੰਦਰ ਤੀਜੇ ਪਾਤਸ਼ਾਹ ਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 40 ਅੰਗ ਤੇ ਦਰਜ ਹੈ। ਇਹ ਸ਼ਬਦ ਦੀ ਵਿਚਾਰ ਅੱਜ ਆਪ ਜੀ ਨੇ ਸਰਵਣ ਕਰਨੀ ਹੈ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਕੱਲ੍ਹ 10 ਤਰੀਕ ਨੂੰ ਹੈ। ਧੰਨ ਲਿਖਾਰੀ ਨਾਨਕਾ ਦੇ ਸਿਰਲੇਖ ਅਧੀਨ 7ਵਾਂ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਤੇਲੀਵਾੜਾ ਸ਼ਾਦਰਾ ਦੇ ਵਿੱਚ ਕੱਲ੍ਹ 10 ਤਰੀਕ ਸ਼ਾਮ ਨੂੰ 7 ਵਜੇ ਤੋਂ ਲੈ ਕੇ ਰਾਤ 10:30 ਵਜੇ 10:30 ਵਜੇ ਤੱਕ ਹੋਵੇਗਾ। ਇਹਨਾਂ ਸਮਾਗਮਾਂ ਦੇ ਵਿੱਚ ਸੇਵਾ ਕਰਕੇ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹੌਸਪਿਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਆਪਣੇ ਘਰਾਂ ਦੇ ਵਿੱਚ ਬੱਚਿਆਂ ਦੇ ਨਾਲ ਪੰਜਾਬੀ ਬੋਲੋ, ਬੱਚਿਆਂ ਨੂੰ ਗੁਰਮੁਖੀ ਪੜ੍ਹਾਓ ਤਾਂ ਕਿ ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨੀ ਲੱਗ ਸਕਣ। ਆਪਣੇ ਨਾਵਾਂ ਦੇ ਨਾਲ ਵੀ ਸਿੰਘ ਤੇ ਕੌਰ ਸ਼ਬਦ ਲਿਖਿਆ ਕਰੋ। ਜੋ ਆਪਾਂ ਜਾਤਾਂ ਪਾਤਾਂ ਗੋਤਰ ਲਿਖਦੇ ਹਾਂ, ਇਹਨਾਂ ਦੀ ਸਿੱਖ ਧਰਮ ਦੇ ਵਿੱਚ ਕੋਈ ਪ੍ਰਵਾਨਗੀ, ਕੋਈ ਥਾਂ ਨਹੀਂ ਹੈ। ਇਸ ਮਹੀਨੇ ਦੀ ਸੰਗਰਾਂਦ 17 ਤਰੀਕ ਨੂੰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।
तेरे कवन कवन गुण कह कह गावा, तू साहिब गुणे निधाना, तुमरी महिमा बरनना साकों, तू ठाकुर ऊच भगवाना, तुमरी महिमा बरनना साकों, तू ठाकुर ऊच भगवाना। शब्दावतार बाणी दे बोहित, जुगोह जुग अटल, परम सन्मान योग, परम सत्कार योग, चवर शतर तखत के मालिक, साहिबे कबाल, साहिबे बरकत, साहिबे कमाल, मुर्शदे कामल, कामले रहबर, रोशने चिराग नूरे नज़र, ज्ञान दे सागर, समूची मनुखता दे सांझा आत्मक भंडार, साहिब गुरु ग्रंथ साहब जी दी पावन हजूरी तो, पीरां दे पीर, बाबियां दे बाबे, जोगियां दे जोगी, नाथां दे नाथ, रहबरां दे रहबर, गुरुआं दे गुरु, अठवें पातशाह अष्टम बलबीरा, बाला प्रीतम साहिब गुरु हरकृष्ण साहिब जी दे पावन पवित्र इतिहासक स्थान गुरुद्वारा बंगला साहिब तो गुरु की कथा सुन रही सन्मान योग साध संगत जीओ, गुरु की बख्शी फतेह बुलाओ, वाहिगुरु जी का खालसा, वाहिगुरु जी की फतेह। सतगुरु साहिब गुरु रामदास साहब पातशाह जी दा श्री राग दे विच उचारण कीता होया शब्द हुक्म दे रूप विच आपने सरवण कीता। साहिब ने नाम दी गल कीती है। श्री राग महला चौथा, श्री राग दे विच महला चौथा भाव की चौथे पातशाह चौथे महल गुरु रामदास साहब जी दा हुक्म है। साहिब कहंदे नाम मिलै मन तृप्ति है, बिन नामै तृग जीवांस। नाम मिल जावे ते तृप्ति हो जाती है। नाम नाल भी तृप्ति हुंदी है। नाम कोई भोजन है, नाम कोई पानी है, नाम कोई पदार्थ है। साहिब कहंदे नाम अमृत है। अमृत नाम निधान है, मिल पी बहु भाई। कहंदे दुनिया दा कुछ भी पीना पी लै, पानी तो लैके दुध तो लैके घ्यो तक कुछ भी पी लै, तृप्ति नहीं होनी। जे होनी हुंदी ते लोग तृप्त हो गए हुंदे। दुनिया भर दा भोजन छक लवे कोई, 36 पदार्थ नहीं 3600 पदार्थ बंदा छकदा है जीवन दे विच। कदी कहंदा तृप्त हो गया, ते तृप्त किस तरह होवेगा। तृप्त भई सच भोजन खाया, मन तन रसना नाम ते आया। कहंदे नाम नाल तृप्त हो सकदा है। ये सच्चा भोजन है। ये वो भोजन है शब्द अखुट बाबा नानका, खाहे खर्च तन माल। खावै खर्चा रल मिल भाई, तोट ना आवै वध दो जाई। ये वो भोजन है, ये वो अमृत नाम है जिस अमृत नूं पी लैण नाल मनुख तृप्त हो जाता है। अमृत की है? नाम नूं अमृत क्यों कहा गया है? असल विच वाहिगुरु जी दे जितने भी नाम ने, जिन्ने भी नाम तुसी वेखदे हो गुणवाचक ने। अवगुण वाला कोई भी नाम परमात्मा वाहिगुरु नूं नहीं मिलिया, क्योंकि वो गुणां दी खान है, वो गुणतास है।
ਹੁਣੇ ਤੁਸੀਂ ਸੁਣੋਗੇ, ਗੁਣਤਾਸ ਦਾ ਅਰਥ ਹੈ ਗੁਣਾਂ ਦਾ ਖਜ਼ਾਨਾ। ਉਹ ਗੁਣਾਂ ਦਾ ਖਜ਼ਾਨਾ ਹੈ, ਉਹਦਾ ਹਰ ਇੱਕ ਨਾਮ ਗੁਣਵਾਚਕ ਹੈ। ਜੋ ਸ੍ਰਿਸ਼ਟੀ 'ਚ ਰਮਿਆ ਹੋਇਆ ਹਰ ਜਗ੍ਹਾ ਮੌਜੂਦ ਹੈ, ਤਾਂ ਉਹਨੂੰ ਰਾਮ ਕਿਹਾ ਜਾਂਦਾ ਹੈ। ਹਰ ਇੱਕ ਨੂੰ ਥੋੜ੍ਹਾ ਰਾਮ ਕਹਿ ਦਿੱਤਾ ਜਾਂਦਾ, ਨਾਮ ਤੇ ਕੋਈ ਵੀ ਰਖਵਾ ਲਵੇ। ਜੇ ਉਹ ਸਾਰਿਆਂ ਉੱਤੇ ਰਹਿਮ ਕਰਦਾ ਹੈ ਤਾਂ ਉਹਨੂੰ ਰਹੀਮ ਕਿਹਾ ਜਾਂਦਾ। ਰਹੀਮ ਨਾਮ ਤੇ ਕੋਈ ਵੀ ਬੜੇ ਰਹੀਮ ਖਾਨ ਨੇ ਦੁਨੀਆ ਵਿੱਚ, ਕਿ ਉਹਨਾਂ ਨੂੰ ਰਹਿਮ ਹੈ। ਨਾਮ ਮਿਲ ਜਾਣ ਨਾਲ ਕੋਈ ਮਹਾਰਾਜਾ ਰਣਜੀਤ ਸਿੰਘ ਨਹੀਂ ਹੋ ਜਾਂਦਾ, ਮਹਾਰਾਜਾ ਬਣਨਾ ਪੈਂਦਾ ਹੈ। ਇਸੇ ਕਰਕੇ ਗੁਣ ਵਾਚਕ ਨਾਮ ਪਰਮਾਤਮਾ ਵਾਹਿਗੁਰੂ ਨੂੰ ਮਿਲੇ ਨੇ। ਨਾਨਕ ਨਾਮ ਆਪਣੇ ਆਪ ਵਿੱਚ ਬਹੁਤ ਮਹਾਨ ਗੁਣਵਾਚਕ ਹੈ, ਪਰ ਨਾਨਕ ਸਿੰਘ ਤੇ ਕੋਈ ਵੀ ਹੋ ਜਾਂਦਾ ਹੈ, ਸੱਜਣ ਸਿੰਘ ਤੇ ਕੋਈ ਵੀ ਹੋ ਜਾਂਦਾ, ਸੱਜਣ ਠੱਗ ਵੀ ਹੋਇਆ। ਆਮ ਮਨੁੱਖ ਦਾ ਨਾਮ ਕੋਈ ਵੀ ਹੋਵੇ, ਜ਼ਰੂਰੀ ਨਹੀਂ ਕਿ ਉਹਦੇ ਵਿੱਚ ਉਹ ਗੁਣ ਹੋਵੇ, ਉਹਦਾ ਏਡਾ ਵੱਡਾ ਦਿਲ ਹੋਵੇ। ਪਰ ਪਰਮਾਤਮਾ ਵਾਹਿਗੁਰੂ ਦਾ ਹਰ ਇੱਕ ਨਾਮ ਗੁਣਵਾਚਕ ਹੈ। ਉਹ ਰਹਿਮ ਕਰਦਾ ਤਾਂ ਉਹਨੂੰ ਰਹੀਮ ਕਿਹਾ ਜਾਂਦਾ ਹੈ। ਉਹ ਸਾਰਿਆਂ ਉੱਤੇ ਕਰਮ ਬਖਸ਼ਿਸ਼ ਕਰਦਾ ਹੈ ਤਾਂ ਉਹਨੂੰ ਕਰੀਮ ਕਿਹਾ ਜਾਂਦਾ ਹੈ। ਉਹ ਸਭ ਨੂੰ ਦਾਤਾਂ ਦੇਣ ਵਾਲਾ ਤਾਂ ਉਹਨੂੰ ਦਾਤਾ ਕਿਹਾ ਜਾਂਦਾ ਹੈ। ਤੇ ਜੇ ਗੁਣਵਾਚਕ ਹੈ ਉਹਦਾ ਹਰ ਇੱਕ ਨਾਮ, ਤੇ ਗੁਣ ਨੂੰ ਕੀ ਕਿਹਾ ਜਾਂਦਾ ਹੈ? ਅੰਮ੍ਰਿਤ ਗੁਣ ਸੰਤ ਬੋਲਦੇ। ਕਹਿੰਦੇ ਗੁਣ ਅੰਮ੍ਰਿਤ ਹੈ, ਆਓ ਗੁਣ ਜ਼ਹਿਰ ਹੈ। ਤੇ ਵਾਹਿਗੁਰੂ ਦਾ ਹਰ ਇੱਕ ਨਾਮ ਗੁਣ ਤੇ ਫਿਰ ਅੰਮ੍ਰਿਤ ਹੈ। ਤੇ ਸਾਹਿਬ ਕਹਿੰਦੇ ਜਿਸ ਨੇ ਵੀ ਵਾਹਿਗੁਰੂ ਦਾ ਨਾਮ ਜਪਿਆ, ਅੰਮ੍ਰਿਤ ਨਾਮ ਪੀਤਾ, ਉਹ ਤ੍ਰਿਪਤ ਹੋ ਗਿਆ। ਸਾਹਿਬ ਕਹਿੰਦੇ ਨਾਮ ਮਿਲੈ ਮਨ ਤ੍ਰਿਪਤੀ ਹੈ, ਬਿਨ ਨਾਮੈ ਤ੍ਰਿਗ ਜੀਮਾਸ। ਕਹਿੰਦੇ ਜੇ ਨਾਮ ਕੋਲ ਨਹੀਂ ਨਾ, ਤੇ ਤੇਰੇ ਜੀਵਨ ਉੱਤੇ ਤਿਰਕਾਰ ਹੈ, ਤੇ ਕਾਰ ਹੈ, ਕਿਉਂਕਿ ਬੇਕਾਰ ਚਲਾ ਗਿਆ। ਨਾਮ ਬਿਨਾ ਜੋ ਪਹਿਰੇ ਖਾਏ, ਜੋ ਕੂਕਰ ਜੂਠਨ ਮੈਂ ਪਾਹੇ। ਇਤਨੇ ਕਰੜੇ ਬੋਲ ਦਿੱਤੇ। ਨਾਮ ਬਿਨਾ ਜੇਤਾ ਵਿਵਹਾਰ, ਜੋ ਮਰਤਕ ਮਿਥਿਆ ਸਿੰਗਾਰ। ਨਾਮ ਨੂੰ ਵਿਸਾਰ ਕੇ ਕੁਝ ਵੀ ਕੀਤਾ ਜਾਵੇ, ਸਭ ਕੁਝ ਵਿਅਰਥ ਹੈ। ਸਾਹਿਬ ਅੱਗੇ ਕਹਿੰਦੇ ਨੇ, ਕੋਈ ਗੁਰਮੁਖ ਸੱਜਣ ਜੇ ਮਿਲੈ, ਮੈਂ ਦੱਸੇ ਪ੍ਰਭ ਗੁਣਤਾਸ। ਕੋਈ ਗੁਰਮੁਖ ਇਹੋ ਜਿਹਾ ਮਿਲ ਜਾਵੇ, ਕੋਈ ਸੱਜਣ ਇਹੋ ਜਿਹਾ ਮਿਲ ਜਾਵੇ, ਜੋ ਮੈਨੂੰ ਗੁਣਾਂ ਦੇ ਖਜ਼ਾਨੇ ਮਾਲਕ ਵਾਹਿਗੁਰੂ ਬਾਰੇ ਦੱਸ ਪਾਵੇ, ਉਹਦੇ ਬਾਰੇ ਮੈਨੂੰ ਦੱਸੇ, ਉਹਦੇ ਨਾਲ ਜੋੜ ਦਵੇ। ਕੋਈ ਜਨ ਹਰਸੋਂ ਦੇਵੈ ਜੋਰ। ਇੱਕ ਜ਼ੋਰ ਸ਼ਬਦ ਹੁੰਦਾ ਹੈ, ਉਹ ਤਾਕਤ, ਪਾਵਰ, ਸ਼ਕਤੀ ਲਈ ਵਰਤਿਆ ਜਾਂਦਾ ਹੈ। ਇੱਥੇ ਜੋ ਜੋਰ ਹੈ, ਜੋੜ ਦੇਣਾ। ਕਹਿੰਦੇ ਕੋਈ ਹੋਵੇ ਇਹੋ ਜਿਹਾ, ਕੋਈ ਜਨ ਹਰਸੋਂ ਦੇਵੈ ਜੋਰ। ਤੇ ਕੀ ਕਰੋਗੇ ਉਹਦੇ ਲਈ? ਕਹਿੰਦੇ ਚਰਨ ਗਹੋਂ, ਉਹਦੇ ਚਰਨ ਫੜ ਲਾਂਗਾ। ਬਕੋਂ ਸ਼ੁਭ ਰਸਨਾ, ਰਸਨਾ ਦੇ ਨਾਲ ਉਹਦੇ ਲਈ ਵਧੀਆ ਬੋਲ ਬੋਲਾਂਗਾ। ਦੀਜਹ ਪ੍ਰਾਨ ਅਕੂਰ, ਪ੍ਰਾਣ ਤੱਕ ਦੇ ਦਿਆਂਗਾ। ਕਿੱਡੀ ਵੱਡੀ ਗੱਲ ਹੈ ਵੀ ਪ੍ਰਾਣ ਤੱਕ ਦੇ ਦੇਣਾ। ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਕੀ ਕਹਿੰਦੇ ਨੇ? ਕਹਿੰਦੇ ਤੈਂ ਸਾਹਿਬ ਕੀ ਬਾਤ ਜੋ ਆਖੈ, ਕਹੋ ਨਾਨਕ ਕਿਆ ਦੀਜੈ। ਜੋ ਤੇਰੀ ਮੈਨੂੰ ਗੱਲ ਸੁਣਾ ਰਿਹਾ ਹੈ, ਦੱਸੋ ਉਹਨੂੰ ਮੈਂ ਕੀ ਭੇਟਾ ਕਰਾਂ, ਕਿਉਂਕਿ ਤੇ ਮਹਾਨ ਦਾਤ ਮੇਰੀ ਝੋਲੀ ਪਾ ਰਿਹਾ ਹੈ। ਮਾਲਕ ਵਾਹਿਗੁਰੂ ਤੇਰੇ ਨਾਲ ਜੋੜ ਰਿਹਾ ਹੈ, ਤੇਰੇ ਗੁਣਾਂ ਦੀ ਗੱਲ ਕਰਕੇ ਤੇਰੇ ਨਾਲ ਜੋੜ ਰਿਹਾ ਹੈ। ਦੱਸੋ ਮੈਂ ਉਹਨੂੰ ਕੀ ਦਿਆਂ? ਮੈਨੂੰ ਦੁਨੀਆ 'ਚ ਇਹੋ ਜਿਹੀ ਕੋਈ ਕੀਮਤੀ ਭੇਟ ਨਜ਼ਰ ਨਹੀਂ ਆਉਂਦੀ। ਤੇ ਫਿਰ ਆਪ ਹੀ ਫੈਸਲਾ ਕਰਦੇ ਨੇ, ਕੀ ਕਹਿੰਦੇ ਨੇ? ਤੈਂ ਸਾਹਿਬ ਕੀ ਬਾਤ ਜੋ ਆਖੈ, ਕਹੋ ਨਾਨਕ ਕਿਆ ਦੀਜੈ। ਸੀਸ ਵੱਢੈ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਕਹਿੰਦੇ ਮੈਂ ਆਪਣਾ ਸਿਰ ਉਤਾਰ ਕੇ ਉਹਨੂੰ ਆਸਨ ਬਣਾ ਕੇ ਬੈਠਣ ਲਈ ਦੇ ਦਿਆਂ, ਤੇ ਬਿਨਾਂ ਸਿਰ ਤੋਂ ਹੀ ਸੇਵਾ 'ਚ ਖੜਾ ਰਹਾਂ। ਕੀ ਕਰ ਨਹੀਂ ਵਿਖਾਇਆ ਬਾਬਾ ਦੀਪ ਸਿੰਘ ਜੀ ਨੇ? ਵੀ ਗੁਰੂ ਗ੍ਰੰਥ ਸਾਹਿਬ ਜੀ ਮਾਲਕ ਵਾਹਿਗੁਰੂ ਜੀ ਦੀ ਗੱਲ ਸੁਣਾਉਂਦੇ ਨੇ, ਦਰਬਾਰ ਸਾਹਿਬ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ। ਤੇ ਜੇ ਜ਼ਾਲਮਾਂ ਨੇ, ਵੈਰੀਆਂ ਨੇ, ਅੰਦਰ ਵੈਰ ਰੱਖਣ ਵਾਲਿਆਂ ਨੇ
ਜੇ ਕਿਤੇ ਉਹ ਦਰਬਾਰ ਸਾਹਿਬ ਉੱਤੇ ਕਬਜ਼ਾ ਕੀਤਾ, ਅੰਮ੍ਰਿਤ ਸਰੋਵਰ ਨੂੰ ਯਤਨ ਕੀਤਾ ਗੰਦਾ ਕਰਨ ਦਾ, ਤੇ ਫਿਰ ਦੇਖੋ ਜਦ ਤੱਕ ਜ਼ਾਲਮਾਂ ਨੂੰ ਉੱਥੋਂ ਕੱਢ ਨਹੀਂ ਦਿੱਤਾ, ਸੀਸ ਉਤਰਨ ਤੋਂ ਬਾਅਦ ਵੀ ਇਤਨੀ ਵਿਲ ਪਾਵਰ ਉਹ ਚੜ੍ਹਦੀ ਕਲਾ ਸੀ ਕਿ ਖੜੇ ਰਹੇ ਨੇ ਬਿਨਾਂ ਸਿਰ ਤੋਂ ਹੀ ਸੇਵਾ ਵਿੱਚ। ਕਈ ਵਾਰੀ ਵੇਖਣ ਨੂੰ ਮਿਲਦਾ ਹੈ ਆਮ ਗੁਰੂ ਘਰਾਂ ਦੇ ਵਿੱਚ ਕਿਸੇ ਗ੍ਰੰਥੀ ਸਿੰਘ ਨੂੰ, ਰਾਗੀ ਸਿੰਘ ਨੂੰ ਕਿਹਾ ਜਾਵੇਗਾ, ਉਹ ਇੱਧਰ ਆ, ਜਾ ਚਾਹ ਦਾ ਕੱਪ ਲਿਆ, ਜਾਂ ਪਾਣੀ ਲਿਆ। ਨਹੀਂ, ਉਹ ਰਾਗੀ ਸਿੰਘ, ਉਹ ਕਥਾਵਾਚਕ ਤੁਹਾਨੂੰ ਗੁਰੂ ਦੀ ਗੱਲ ਸੁਣਾਉਂਦੇ ਨੇ। ਤੇ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਇੰਨੀ ਮਹਾਨ ਕਿਰਪਾ ਕਰਦਿਆਂ ਹੋਇਆਂ ਇਹ ਬਚਨ ਕਹਿੰਦੇ ਨੇ ਕਿ ਮੈਂ ਤੇ ਗੁਰੂ ਦੀ ਗੱਲ ਸੁਣਾਉਣ ਵਾਲੇ ਨੂੰ, ਵਾਹਿਗੁਰੂ ਦੀ ਗੱਲ ਸੁਣਾਉਣ ਵਾਲੇ ਨੂੰ ਆਪਣਾ ਸਿਰ ਉਤਾਰ ਕੇ ਬੈਠਣ ਲਈ ਦੇਣ ਨੂੰ ਤਿਆਰ ਹਾਂ। ਕੋਈ ਆਣ ਮਿਲਾਵੇ ਮੇਰਾ ਪੀਤਮ ਪਿਆਰਾ, ਹੋਂ ਤਿਸ ਪੈ ਆਪ ਵਿੱਚ ਆਈ। ਕੋਈ ਆਪ ਹੋਵੇ ਤੇ ਸਹੀ ਮਿਲਾਉਣ ਵਾਲਾ, ਮੈਂ ਤੇ ਆਪਣੇ ਆਪ ਨੂੰ ਉੱਥੇ ਵੇਚ ਦਿਆਂਗਾ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮੁੱਕਰੇ ਨਹੀਂ ਨੇ। ਇੱਕ ਜਗ੍ਹਾ ਤਾਂ ਸਤਿਗੁਰੂ ਜੀ ਨੇ ਆਪਣੇ ਆਪ ਨੂੰ ਵੇਚਿਆ ਵੀ। ਇੱਧਰ ਨਾਨਕ ਮਤਾ ਸਾਹਿਬ ਤੋਂ ਪਹਿਲਾਂ ਕਿੱਛਾ ਦੇ ਲਾਗੇ ਇੱਕ ਜਗ੍ਹਾ ਟਾਂਡਾ, ਤੇ ਉੱਥੇ ਬਾਬਾ ਹਰਬੰਸ ਸਿੰਘ ਜੀ, ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਉਸ ਸਥਾਨ ਦੀ ਸੇਵਾ ਕਰਾਈ ਹੈ। ਉੱਥੇ ਦਾ ਇਤਿਹਾਸ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਰਉਪਕਾਰ ਕਰਦਿਆਂ ਹੋਇਆਂ ਦੁਨੀਆ ਤੇ ਆਪਣੇ ਆਪ ਨੂੰ ਉੱਥੇ ਵੇਚਿਆ ਵੀ ਹੈ। ਕਿਹਾ ਨਹੀਂ, ਮੁੱਲ ਖਰੀਦੀ ਲਾਲਾ ਗੋਲਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਕਹਿੰਦੇ ਮੈਂ ਤੇ ਗੁਲਾਮ ਆ ਮਾਲਕ ਵਾਹਿਗੁਰੂ ਜੀ ਦੇ ਦਰ ਦਾ। ਕਿਹਾ ਨਾ, ਨਾਨਕ ਘਰ ਕੇ ਗੋਲੇ। ਗੋਲੇ ਕਿਹਨੂੰ ਕਿਹਾ ਜਾਂਦਾ? ਗੁਲਾਮ ਨੂੰ। ਇੱਕ ਤੇ ਹੁੰਦਾ ਨੌਕਰ ਚਾਕਰ, ਨੌਕਰ ਰੱਖ ਲਓ ਤੁਸੀਂ ਘਰ 'ਚ, ਨੌਕਰਾਨੀ ਰੱਖ ਲਓ, ਜਦ ਤੱਕ ਉਹ ਮਰਜ਼ੀ ਕਰਦੀ ਉਹ ਸੇਵਾ ਕਰੇਗਾ, ਤੇ ਜਦ ਉਹਦੀ ਮਰਜ਼ੀ ਨਾ ਹੋਈ ਉਹ ਚਾਬੀਆਂ ਸੁੱਟੇਗਾ, ਸੰਭਾਲੋ ਆਪਣਾ ਘਰ, ਮੈਂ ਚੱਲਿਆ। ਨੌਕਰ ਨੂੰ ਕੋਈ ਰੋਕ ਸਕਿਆ ਅੱਜ ਤੱਕ? ਪਰ ਗੁਲਾਮ ਉਹ ਹੁੰਦਾ ਏ ਜੋ ਇੱਕ ਵਾਰੀ ਵਿਕ ਗਿਆ ਤੇ ਵਿਕ ਗਿਆ, ਫਿਰ ਉਹਦੀ ਆਪਣੀ ਕੋਈ ਮਰਜ਼ੀ ਨਹੀਂ, ਉਹਦੀ ਆਪਣੀ ਕੋਈ ਮਰਜ਼ੀ ਨਹੀਂ। ਸਾਹਿਬ ਕਹਿੰਦੇ ਮੈਂ ਤੇ ਮੁੱਲ ਖਰੀਦਿਆ ਉਹ ਗੁਲਾਮ ਆ, ਮੁੱਲ ਖਰੀਦੀ ਲਾਲਾ ਗੋਲਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਕਹਿਣ ਦਾ ਭਾਵ ਕਿ ਮਾਲਕ ਵਾਹਿਗੁਰੂ ਜੀ ਦਾ ਨਾਮ ਜਿਹੜਾ ਏ ਜੋ ਦਵੇ, ਉਸ ਤੋਂ ਇਤਨਾ ਕੁਝ ਕੀਤਾ ਜਾ ਸਕਦਾ ਏ। ਸਿਰ ਉਤਾਰ ਕੇ ਉਹਨੂੰ ਆਸਣ ਬਣਾਉਣ ਲਈ ਦਿੱਤਾ ਜਾ ਸਕਦਾ ਏ, ਆਪਣੇ ਆਪ ਨੂੰ ਉਹਦੇ ਸਾਹਮਣੇ ਵੇਚਿਆ ਜਾ ਸਕਦਾ ਏ। ਦੀਜਹ ਪ੍ਰਾਣ ਅਕੂਰ, ਪ੍ਰਾਣ ਤੱਕ ਭੇਟਾ ਕੀਤੇ ਜਾ ਸਕਦੇ ਨੇ। ਤੇ ਸਾਹਿਬ ਉਹ ਗੱਲ ਕਹਿ ਰਹੇ ਨੇ ਕਿ ਮੈਂ ਦੱਸੇ ਪ੍ਰਭ ਗੁਣਤਾਸ, ਕੋਈ ਮੈਨੂੰ ਦੱਸੇ। ਅਗਲੀ ਗੱਲ ਕੀ ਕਹਿੰਦੇ ਨੇ? ਹਉ ਤਿਸ ਵਿਟੋਂ ਚੌਖੰਨੀਐ, ਮੈਂ ਨਾਮ ਕਰੇ ਪ੍ਰਗਾਸ। ਤਿਸ ਵਿਟੋਂ, ਤਿਸ ਤੋਂ ਚੌਖੰਨੀਐ, ਚੌਖੰਨੀਏ ਦਾ ਅਰਥ ਹੁੰਦਾ ਹੈ ਚਾਰ ਟੋਟੇ ਹੋ ਜਾਣਾ, ਚਾਰ ਖੰਡਾਂ ਵਿੱਚ ਆਪਣੇ ਆਪ ਨੂੰ ਵੰਡ ਦੇਣਾ। ਕੀ ਇਤਨਾ ਹੀ ਨਹੀਂ? ਸਾਹਿਬ ਤਾਂ ਇੱਥੇ ਤੱਕ ਕਹਿੰਦੇ ਨੇ, ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਨਖ ਸਿਸ ਲਓ ਸਗਲ ਅੰਗ, ਰੋਮ ਰੋਮ ਕਰ ਕਾਟ ਕਾਟ, ਸਿੱਖਨ ਕੈ ਚਰਨ ਪੈ ਬਾਰੀਐ। ਅਗਨ ਜਲਾਏ ਫੁਨ ਪੀਸਨ ਪਿਸਾਏ, ਤਾਂ ਲੈ ਉਡੈ ਪਨ ਹੋਏ ਅਨੇਕ ਪ੍ਰਕਾਰੀਐ। ਜਤ ਕਤ ਸਿੱਖ ਪੱਗ ਧਾਰੇ, ਗੁਰ ਪੰਥ ਪ੍ਰਾਤ, ਤਾਹੂ ਮਾਰਗ ਮੈਂ ਭਸਮ ਕੋ ਡਾਰੀਐ। ਤਹ ਪਦ ਪਾਦਕ ਚਰਨ ਲਿਵ ਲਾਗੀ ਰਹਿ, ਦਇਆ ਕੇ ਦਇਆਲ ਮੋਹਿ ਪਤਿਤ ਉਧਾਰੀ ਹੈ। ਕਹਿੰਦੇ ਮੇਰੇ ਪੈਰ ਦੇ ਨਖੂਨ ਤੋਂ ਲੈ ਕੇ ਸਿਰ ਤੱਕ ਟੋਟੇ ਟੋਟੇ ਕਰ ਲੈ ਜਾਣ, ਅੱਗ ਵਿੱਚ ਸਾੜ ਦਿੱਤਾ ਜਾਵੇ। ਉਹ ਜਿਹੜੀ ਸੁਆਹ ਹੈ ਨਾ, ਉਹ ਉੱਡ ਕੇ ਉੱਥੇ ਉੱਥੇ ਪਵੇ ਜਿਸ ਪਾਸੇ ਤੋਂ ਨਾਮ ਜਪਣ ਵਾਲੇ ਗੁਰਮੁਖ ਸਿੱਖ ਗੁਰੂ ਘਰ ਵੱਲ ਜਾਂਦੇ ਨੇ। ਤੇ ਕਹਿੰਦੇ ਮੈਨੂੰ ਉਹਨਾਂ ਦੀ ਚਰਨ ਧੂੜ ਪ੍ਰਾਪਤ ਹੋਵੇ, ਚਰਨਾਂ ਦੀ ਸੰਗਤ ਪ੍ਰਾਪਤ ਹੋਵੇ, ਤੇ ਮੇਰੇ ਵਰਗੇ ਪਾਪੀ ਦਾ ਪਾਰ ਉਤਾਰਾ ਹੋ ਜਾਵੇ। ਹੋਵੇ ਸਹੀ ਉਹ ਜੀ ਭਾਵਨਾ, ਹੋਵੇ ਉਹ ਜਿਹਾ ਜਜ਼ਬਾ, ਉਹ ਜੀ ਨਿਮਰਤਾ। ਭਾਈ ਸਾਹਿਬ, ਭਾਈ ਨੰਦ ਲਾਲ ਸਾਹਿਬ ਜੀ
ਅਨੰਦਪੁਰ ਸਾਹਿਬ ਦੀ ਪਹਾੜੀ ਤੇ ਕੇਸੀ ਇਸ਼ਨਾਨ ਕੀਤਾ ਤੇ ਕੇਸ ਸੁਖਾ ਰਹੇ ਸਨ। ਹਵਾ ਤੁਰ ਰਹੀ ਸੀ ਤੇ ਅੰਦਰ ਨੇ ਉਡਾਰੀ ਮਾਰੀ, ਪ੍ਰੇਮ ਜਾਗਿਆ ਤੇ ਪਵਨ ਨੂੰ, ਹਵਾ ਨੂੰ ਆਵਾਜ਼ ਮਾਰੀ, ਐ ਹਵਾ ਤੂੰ ਰੁਕ, ਮੇਰੀ ਗੱਲ ਸੁਣ। ਤੇ ਜਵਾਬ ਮਿਲਿਆ, ਮੇਰਾ ਸੁਭਾਵ ਰੁਕਣਾ ਨਹੀਂ ਹੈ। ਕਿਹਾ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਿਆਰਾ ਸਿੱਖ ਹਾਂ। ਕਹਿੰਦੇ ਸਦਕੇ ਤੇਰੇ ਤੋਂ, ਪਰ ਮੇਰਾ ਰੁਕਣਾ ਸੁਭਾਵ ਨਹੀਂ, ਜੋ ਗੱਲ ਕਰਨੀ ਹੈ ਕਰ। ਤੇ ਭਾਈ ਸਾਹਿਬ ਨੰਦ ਲਾਲ ਸਾਹਿਬ ਜੀ ਨੇ ਕਿਹਾ ਕਿ ਇਹ ਪਵਨ ਤੇਰਾ ਇੱਕ ਸੁਭਾਵ ਹੈ, ਜਦ ਵੀ ਕੋਈ ਬੰਦਾ ਮਰ ਜਾਂਦਾ ਏ ਉਹਦੀ ਮੜੀ ਦੀ ਰਾਖ ਨੂੰ ਤੂੰ ਸ਼ਮਸ਼ਾਨ ਤੋਂ ਉਡਾ ਕੇ ਜਗ੍ਹਾ ਜਗ੍ਹਾ ਰੋਲਦੀ ਹੈ। ਪਰ ਮੇਰੇ ਨਾਲ ਇੱਕ ਵਾਅਦਾ ਕਰ, ਵਚਨ ਦੇ ਕਿ ਜੇ ਨੰਦ ਲਾਲ ਮਰ ਜਾਵੇ ਉਹਦੀ ਮੜੀ ਦੀ ਰਾਖ ਨੂੰ ਉਡਾ ਕੇ ਤੂੰ ਜਗ੍ਹਾ ਜਗ੍ਹਾ ਨਾ ਰੋਲੀ। ਜੇ ਤੂੰ ਉਦੋਂ ਵੀ ਉਡਾਉਣਾ ਹੈ ਤੇ ਮੇਰੀ ਮੜੀ ਦੀ ਰਾਖ ਤੱਕ ਨੂੰ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਹੀ ਭੇਟਾ ਕਰੀ, ਚਰਨਾਂ ਵਿੱਚ ਹੀ ਭੇਟਾ ਕਰੀ। ਤੇ ਬਚਨ ਬੜੇ ਕਮਾਲ ਦੇ ਕਹੇ, ਥੋੜਾ ਚੇਤੇ ਮੈਨੂੰ ਘੱਟ ਆ ਰਹੇ ਨੇ ਕਿਉਂਕਿ ਘਟਨਾ ਚੇਤੇ ਆ ਜਾਂਦੀ ਹੈ ਕਈ ਵਾਰੀ। ਤੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਜੋ ਬਚਨ ਕਹੇ ਉਹ ਹਿੰਦੀ ਪੰਜਾਬੀ ਦੇ ਵਿੱਚ ਉਹਦਾ ਤਰਜਮਾ ਕਿਸੇ ਕਵੀ ਨੇ ਕੀਤਾ ਕਿ ਗੁਰੂ ਦਰੋਂ ਨਾ ਚੁੱਕ ਲੈ ਜਾਵੀਂ ਮੇਰੀ ਖਾਕ ਹਵਾਏ, ਨਹੀਂ ਤਾਂ ਲੋਕੀ ਦੇਣਗੇ ਤਾਨੇ, ਇਹਨੇ ਥਾਂ ਥਾਂ ਨੇ ਲਗਾਏ, ਇਹਨੇ ਥਾਂ ਥਾਂ ਨੇ ਲਗਾਏ। ਕਹਿੰਦੇ ਮੇਰੇ ਮਰਨ ਤੋਂ ਬਾਅਦ ਵੀ ਕੋਈ ਇਹ ਤਾਨਾ ਨਾ ਦੇ ਦੇਵੇ ਕਿ ਜੀਂਦਿਆਂ ਜੀ ਤੇ ਨੰਦ ਲਾਲ ਗੁਰੂ ਗੋਬਿੰਦ ਸਿੰਘ ਦਾ ਹੋ ਕੇ ਰਿਹਾ ਤੇ ਮਰ ਗਿਆਂ ਤੋਂ ਬਾਅਦ ਇਹ ਜਗ੍ਹਾ ਜਗ੍ਹਾ ਹੋਰ ਦਰਾਂ ਤੇ ਰੁਲਦਾ ਫਿਰ ਰਿਹਾ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਮੜੀਆਂ ਮਸਾਣਾ ਤੇ ਕਬਰਾਂ ਤੇ ਮੱਥਾ ਟੇਕੀਏ। ਸਿੱਖ ਧਰਮ ਨੂੰ ਮੰਨਣ ਵਾਲੇ ਕੋਈ ਵੀ ਹੋਣ, ਭਾਵੇਂ ਸਟਾਰ ਹੋਣ, ਗਾਇਕ ਹੋਣ, ਕੋਈ ਹੋਰ ਹੋਣ, ਜੇ ਕਿਤੇ ਉਹ ਕਿਸੇ ਦੁਨਿਆਵੀ ਦੇਹਧਾਰੀ ਬਾਬੇ ਦੇ ਚਰਨਾਂ 'ਚ ਜਾ ਕੇ ਡਿੱਗਦੇ ਨੇ ਜਾਂ ਮੜੀਆਂ ਮਸਾਣਾ ਤੇ ਡਿੱਗ ਪੈਂਦੇ ਨੇ ਤੇ ਲੋਕ ਫਿਰ ਵੇਖ ਕੇ ਉਹ ਪ੍ਰਭਾਵ ਕਬੂਲ ਕਰਕੇ ਉਸੇ ਪਾਸੇ ਦੌੜਦੇ ਨੇ। ਨਹੀਂ, ਇੱਕ ਗੱਲ ਹੋਰ ਯਾਦ ਰੱਖੋ, ਅਸੀਂ ਪਤਾ ਕੀ, ਜੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਨੂੰ ਬੇਅੰਤ ਬਰਕਤਾਂ ਮਿਲਣ ਨਾ, ਰੋਗ ਦੂਰ ਹੋਣ, ਅਸੀਂ ਕਦੀ ਵੀ ਨਹੀਂ ਦੱਸਦੇ। ਅਸੀਂ ਲੁਕੋ ਕੇ ਰੱਖਦੇ ਹਾਂ, ਸੰਕੋਚ ਕਰਦੇ ਹਾਂ। ਜੇ ਕੋਈ ਦੱਸ ਵੀ ਰਿਹਾ ਉਹਨੂੰ ਵੀ ਰੋਕਣ ਲੱਗ ਜਾਂਦੇ ਆ। ਪਰ ਗੁਰਬਾਣੀ ਕੀ ਕਹਿੰਦੀ ਹੈ, ਜੋ ਗੁਰ ਗੋਪਾ ਆਪਣਾ ਤੇ ਨਰ ਬੁਰਿਆਰੀ, ਤਨਕਾ ਦਰਸ਼ਨ ਹਉ ਨਾ ਕਰੋ ਪਾਪਿਸ਼ਟ ਹਤਿਆਰੀ। ਕਹਿੰਦੇ ਹਤਿਆਰੇ ਲੋਕ ਨੇ, ਉਹ ਬਹੁਤ ਬੁਰੇ ਨੇ ਜੋ ਗੁਰੂ ਦੀ ਗੱਲ ਨੂੰ ਲੁਕਾਉਂਦੇ ਨੇ। ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨੂੰ ਲੁਕੋਗੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ, ਸੀਸਗੰਜ ਸਾਹਿਬ, ਬੰਗਲਾ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਦਰ, ਜੇ ਕਿਤੇ ਅੱਖਾਂ ਦੀ ਰੌਸ਼ਨੀ ਇੱਥੋਂ ਆ ਜਾਂਦੀ ਹੈ, ਕਿਸੇ ਨੂੰ ਮਿਲ ਜਾਂਦੀ ਹੈ, ਜੇ ਕਿਸੇ ਦੀ ਆਵਾਜ਼ ਵਾਪਸ ਆ ਜਾਂਦੀ ਹੈ, ਕਿਸੇ ਦੇ ਵੱਡੇ ਤੋਂ ਵੱਡੇ ਰੋਗ ਕੱਟੇ ਜਾਂਦੇ ਨੇ, ਉਹਨੂੰ ਜ਼ਿਆਦਾ ਤੋਂ ਜ਼ਿਆਦਾ ਦੱਸੋ ਲੋਕਾਂ ਨੂੰ, ਤਾਂ ਕਿ ਉਹਨਾਂ ਦੀ ਸ਼ਰਧਾ ਚੰਗੇ ਪਾਸੇ ਆਵੇ। ਗੁਰੂ ਗ੍ਰੰਥ ਸਾਹਿਬ ਜੀ ਕਿਸੇ ਨੂੰ ਧੋਖਾ ਨਹੀਂ ਦਿੰਦੇ। ਆਮ ਮਨੁੱਖ ਤੇ ਕਿਸੇ ਨੂੰ ਵੀ ਧੋਖਾ ਦੇ ਦਿੰਦਾ ਹੈ। ਜਿਹੜੇ ਕਦੀ ਵੱਡੇ ਵੱਡੇ ਗੁਰੂ ਬਣੇ ਬੈਠੇ ਸਨ, ਅੱਜ ਜੇਲ੍ਹਾਂ 'ਚ ਪਏ ਹੋਏ ਨੇ। ਕਈ ਇਲਜ਼ਾਮ ਨੇ ਉਹਨਾਂ ਲੋਕਾਂ ਉੱਤੇ। ਤੇ ਜਾਣਾ ਹੀ ਕਿਉਂ ਅਸੀਂ? ਸਾਡੀ ਪਰਖ ਦਾ ਪੈਮਾਨਾ ਕੀ ਹੈ? ਅਸੀਂ ਕਿਸ ਨੂੰ ਗੁਰੂ ਮੰਨ ਲੈਂਦੇ ਹਾਂ? ਅਸੀਂ ਕਿਸ ਨੂੰ ਮਹਾਨ ਸੰਤ ਮੰਨ ਲੈਂਦੇ ਹਾਂ ਜਿਹਦੇ ਪਿੱਛੇ ਥੋੜੀ ਦੁਨੀਆ ਤੁਰ ਰਹੀ ਹੈ? ਉਹ ਤੇ ਉਹਨਾਂ ਨੇ ਏਜੰਟ ਰੱਖੇ ਹੁੰਦੇ ਨੇ ਪਹਿਲਾਂ ਹੀ। ਪਰ ਸਾਨੂੰ ਪਰਖ ਕਰਨ ਦੀ ਕੀ ਲੋੜ ਹੈ, ਜਦ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਾਨੂੰ ਪਰਖ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਮਹਾਨ ਗੁਰੂ ਦੇ ਗਏ, ਤੇ ਸਾਨੂੰ ਪਰਖ ਕਰਨ ਦੀ ਲੋੜ ਕੀ ਹੈ? ਤੇ ਸਾਹਿਬ ਉਹ ਗੱਲ ਕਹਿ ਰਹੇ ਨੇ ਅੱਜ ਦੇ ਸ਼ਬਦ ਵਿੱਚ। ਸਾਹਿਬ ਕਹਿੰਦੇ, ਹਉ ਤਿਸ ਵਿਟੋਂ ਚੌਖੰਨੀ ਹੈ ਮੈਂ ਨਾਮ ਕਰੇ ਪ੍ਰਗਾਸ। ਜੋ ਮੇਰੇ ਅੰਦਰ ਨਾਮ ਦਾ ਚਾਨਣਾ ਕਰ ਦਵੇ, ਗਿਆਨ ਦਾ ਚਾਨਣਾ ਕਰ ਦਵੇ, ਮੈਂ ਉਸ ਤੋਂ
ਚੌਖੰਨੀਏ, 4 ਟੋਟੇ ਹੋ ਜਾਵਾਂਗਾ, ਭਾਵ ਕਿ ਉਸ ਤੋਂ ਕੁਰਬਾਨ ਹੋ ਜਾਵਾਂਗਾ। ਹੁਣ ਇਹਨਾਂ ਗੱਲਾਂ ਨੂੰ ਨਾ ਥੋੜਾ ਜਿਹਾ ਚੇਤੇ ਰੱਖਿਓ। ਕਹਿ ਕੌਣ ਰਹੇ ਨੇ? ਸਤਿਗੁਰੂ ਸਾਹਿਬ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ, ਉਹ ਮਹਾਨ ਸਤਿਗੁਰੂ। ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਵਿੱਚ ਨਿਮਰਤਾ ਕਿੰਨੀ ਕੁ ਸੀ ਜੋ ਇਸ ਸ਼ਬਦ ਵਿੱਚ ਨਜ਼ਰ ਆ ਰਹੀ ਹੈ। ਕਹਿੰਦੇ ਮੈਂ ਆਪਣਾ ਸਿਰ ਉਤਾਰ ਕੇ ਦੇ ਦਿਆਂ, ਮੈਂ 4 ਟੋਟੇ ਹੋ ਜਾਵਾਂ, ਮੈਂ ਸਭ ਕੁਝ ਆਪਣਾ ਕੁਰਬਾਨ ਕਰ ਦਿਆਂ ਉਸ ਤੋਂ ਜੋ ਮੈਨੂੰ ਨਾਮ ਦੀ ਦਾਤ ਦੇ ਦੇਵੇ। ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਕੀਤਾ ਨਹੀਂ। ਗੁਰੂ ਅਮਰਦਾਸ ਸਾਹਿਬ ਸਤਿਗੁਰੂ ਜੀ ਦੇ ਦਰ ਤੇ ਨਾਮ ਦੀ ਦਾਤ ਮਿਲੀ ਤੇ ਭਾਈ ਜੇਠਾ ਜੀ ਨੇ ਕੀ ਕੁਝ ਨਹੀਂ ਕੀਤਾ। ਉੱਥੇ ਤੱਪੜ ਝਾੜੇ, ਰਾਤ ਨੂੰ ਭਾਂਡੇ ਲੰਗਰ ਦੇ ਮਾਂਜੇ, ਲੰਗਰ ਦੀ ਸੇਵਾਵਾਂ ਕੀਤੀਆਂ। ਬਾਉਲੀ ਸਾਹਿਬ ਦੀ ਰਚਨਾ ਹੋ ਰਹੀ ਹੈ ਤੇ ਸਾਰਾ ਦਿਨ ਮੰਡਾਸਾ ਬੰਨ ਕੇ ਤੇ ਮਿੱਟੀ ਢੋਂਦੇ ਰਹਿੰਦੇ ਸਨ ਟੋਕਰੀ ਨਾਲ। ਇੱਥੇ ਤੱਕ ਵੀ ਹੋਇਆ ਕਿ ਜਦ ਪਤਾ ਲੱਗਾ ਸ਼ਰੀਕਾਂ ਨੂੰ ਕਿ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੋ ਸਾਡੇ ਭਾਈ ਜੇਠਾ ਜੀ, ਉਹ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਮਾਦ ਬਣ ਗਏ ਨੇ, ਜਿਨ੍ਹਾਂ ਨੇ ਕਦੀ ਮਾਂ-ਬਾਪ ਦੇ ਚਲਾਣੇ ਤੋਂ ਬਾਅਦ ਉਸ ਬੱਚੇ ਨੂੰ ਯਤੀਮ ਅਨਾਥ ਕਹਿ ਦਿੱਤਾ, ਦਰਵਾਜ਼ੇ ਨਹੀਂ ਸੀ ਖੋਲੇ। ਬੰਦਾ ਦੇਖੋ ਬਦਲਦਾ ਕਿਸ ਤਰ੍ਹਾਂ ਹੈ। ਉਦੋਂ ਦਰਵਾਜ਼ੇ ਵੀ ਨਾ ਖੋਲੇ, ਉਦੋਂ ਪਛਾਣਿਆ ਵੀ ਨਾ। ਤੇ ਅੱਜ ਜੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਮਾਦ ਬਣ ਗਏ ਤੇ ਉਹੀ ਸ਼ਰੀਕ ਕਹਿੰਦੇ ਨੇ ਵੀ ਸਾਡਾ ਜੇਠਾ ਗੁਰੂ ਅਮਰਦਾਸ ਸਾਹਿਬ ਜੀ ਦਾ ਦਮਾਦ ਬਣ ਗਿਆ, ਸਾਡਾ ਤੇ ਰੁਤਬਾ ਚੋਟੀ ਦਾ ਹੋ ਗਿਆ। ਤੇ ਪੁੱਜ ਗਏ। ਕੱਲ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਸੀ ਗੁਰੂ ਰਾਮਦਾਸ ਸਾਹਿਬ ਜੀ ਦਾ, ਤੇ ਥੋੜੀ ਜੀ ਗੱਲ ਕਰ ਲਿਆ। ਕਹਿੰਦੇ ਇਕੱਠੇ ਹੋ ਕੇ ਉੱਥੇ ਪੁੱਜ ਗਏ ਤੇ ਬੜੇ ਮਾਣ ਨਾਲ ਗਏ ਕਿ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਸਾਨੂੰ ਤਖਤ ਤੇ ਨਾਲ ਬਿਠਾਉਣਗੇ, ਕਿਉਂਕਿ ਅਸੀਂ ਕੁੜਮ ਆ ਤੇ ਸੰਗਤ ਥੱਲੇ ਬੈਠੀ ਹੋਵੇਗੀ, ਸਾਡਾ ਰੁਤਬਾ ਚੋਟੀ ਦਾ। ਤੇ ਜਦ ਪੁੱਜੇ ਨੇ ਤੇ ਕਿਸੇ ਤੋਂ ਪੁੱਛਣ ਲੱਗੇ ਕਿ ਭਾਈ ਜੇਠਾ ਉਹ ਸਾਡਾ ਦਮਾਦ ਹੈ, ਕਿੱਥੇ ਮਿਲੇ? ਸਾਡਾ ਬੱਚਾ ਹੈ ਜੋ ਗੁਰੂ ਦਾ ਦਮਾਦ ਹੈ, ਕਿੱਥੇ ਮਿਲੇਗਾ? ਤੇ ਉੱਥੋਂ ਭਾਈ ਜੇਠਾ ਜੀ ਸਿਰ ਉੱਤੇ ਮਿੱਟੀ ਦੀ ਟੋਕਰੀ ਲੈ ਕੇ ਲੰਘ ਰਹੇ ਸਨ ਤੇ ਮਿੱਟੀ ਸੱਟੀ, ਪਛਾਣ ਲਿਆ ਕਿ ਇਹ ਤੇ ਮੇਰੇ ਚਾਚੇ ਤਾਏ ਨੇ। ਹੱਥ 'ਚ ਟੋਕਰੀ, ਮਿੱਟੀ ਨਾਲ ਕੱਪੜੇ ਲਿਬੜੇ ਨੇ ਤੇ ਆ ਕੇ ਪੈਰੀਂ ਹੱਥ ਲਾ ਕੇ ਸਤਿਕਾਰ ਦੇ ਕੇ ਕਹਿੰਦੇ ਮੈਂ ਹਾਂ ਤੁਹਾਡਾ ਜੇਠਾ। ਉਹ ਤੇ ਇਤਨਾ ਕ੍ਰੋਧ 'ਚ ਆ ਗਏ, ਚਿਹਰੇ ਉਹਨਾਂ ਦੇ ਲਾਲ ਕਾਲੇ ਹੋ ਗਏ ਤੇ ਕਹਿੰਦੇ ਤੂੰ ਤੇ ਸਾਡੀ ਕੁੱਲ ਨੂੰ ਦਾਗ ਲਵਾ ਦਿੱਤਾ। ਉਸੇ ਵੇਲੇ ਬਾਂਹ ਫੜੀ ਤੇ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਕੋਲ ਪੁੱਜ ਗਿਆ। ਤਖਤ ਤੇ ਸਾਹਿਬ ਬਿਰਾਜਮਾਨ ਨੇ, ਮੱਥਾ ਵੀ ਨਾ ਟੇਕਿਆ ਕਿਉਂਕਿ ਕੁੜਮ ਬਣ ਕੇ ਗਏ ਸਨ ਆਕੜ ਕੇ। ਤੇ ਕਹਿਣ ਲੱਗੇ ਸਤਿਗੁਰੂ ਇਹ ਵੀ ਜਨਮਿਓ ਬੰਸ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ। ਇਹ ਕਿੱਥੋਂ ਸਾਡੇ ਕੁੱਲ 'ਚ ਜੰਮ ਪਿਆ, ਇਹਨੇ ਤੇ ਲਾਜ ਹੀ ਗਵਾ ਦਿੱਤੀ ਆ। ਪਿਤ ਕੇ ਮਰੇ ਸਦਨ ਕੋ ਤਿਆਗਾ, ਘਰ ਸਸੁਰਾਰ ਬਸਿਓ ਨਿਰਭਾਗਾ। ਕਹਿੰਦੇ ਮਾਤਾ ਪਿਤਾ ਦੇ ਮਰਦੇ ਹੀ ਇਹਨੇ ਘਰ ਛੱਡ ਦਿੱਤਾ। ਇਹ ਨਹੀਂ ਕਹਿੰਦੇ ਵੀ ਅਸੀਂ ਛਡਵਾ ਦਿੱਤਾ ਸੀ। ਤੇ ਇਹ ਸਹੁਰਾ ਪਰਿਵਾਰ ਕੋਲ ਆ ਕੇ ਵਸ ਗਿਆ। ਇਸਨੇ ਤੋਂ ਸਿਰ ਮਾਟੀ ਪਾਈ, ਕਿਉਂ ਨਾ ਵਿਚਾਰ ਕਰੋ ਤੁਮ ਉਚਤਾਈ। ਇਸਨੇ ਤੇ ਸਿਰ 'ਚ ਮਿੱਟੀ ਪਾ ਲਈ, ਪਰ ਤੁਹਾਨੂੰ ਤੇ ਵਿਚਾਰ ਕਰਨਾ ਚਾਹੀਦਾ ਸੀ ਨਾ। ਤੁਸੀਂ ਦਮਾਦ ਤੋਂ ਇਹ ਮਿੱਟੀ ਦੀ ਟੋਕਰੀ ਚੁਕਾ ਰਹੇ ਹੋ। ਤੇ ਗੁਰੂ ਅਮਰਦਾਸ ਸਾਹਿਬ ਮੁਸਕਰਾਏ, ਕਹਿੰਦੇ ਭਾਈ ਸੱਜਣੋ ਤੁਹਾਨੂੰ ਇਹ ਮਿੱਟੀ ਦੀ ਟੋਕਰੀ ਨਜ਼ਰ ਆ ਰਹੀ ਹੈ, ਪਰ ਮੇਰੀ ਨਜ਼ਰ ਨਾਲ ਵੇਖੋ ਇਹ ਮਿੱਟੀ ਦੀ ਟੋਕਰੀ ਨਹੀਂ, ਇਹ ਤੇ ਜੇਠਾ ਦੇ ਸਿਰ ਉੱਤੇ ਗੁਰੂ ਨਾਨਕ ਦੇ ਦਰਬਾਰ ਦਾ ਛਤਰ ਝੁੱਲ ਰਿਹਾ ਹੈ। ਤੁਸੀਂ ਕਹਿੰਦੇ ਹੋ ਕਿ ਇਸ ਦੇ ਕਰਕੇ ਤੁਹਾਡੇ ਕੁੱਲ ਨੂੰ ਦਾਗ ਲੱਗ ਗਿਆ ਹੈ। ਜੇ ਤੁਮਰੀ ਕੁਲ ਇਹ ਜਨਮ ਨਾ ਧਾਰੇ, ਜਾਤ ਨਰਕ ਮੈਂ ਪਿਤਰ ਤੁਮਾਰੇ। ਕਹਿੰਦੇ ਜੇ ਕਿਤੇ ਤੁਹਾਡੀ ਕੁੱਲ 'ਚ ਇਹ ਜਨਮ ਨਾ ਲੈਂਦਾ ਨਾ ਤੇ ਤੁਹਾਡੇ ਤੇ ਪਿਤਰਾਂ ਤੱਕ ਨੇ ਨਰਕਾਂ ਦਾ ਭਾਗੀ ਬਣਨਾ ਸੀ। ਇਹ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਬਾਰੇ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਕਿ ਭਾਈ ਜੇਠਾ ਦਾ ਜਨਮ ਲੈਣ ਦੀ ਦੇਰ ਹੈ, ਤੁਹਾਡੀ ਕੁਲਾਂ ਦੀਆਂ ਕੁਲਾਂ ਤਰ ਗਈਆਂ ਨੇ। ਕਦੀ ਵਿਚਾਰ ਕੇ ਦੇਖਿਆ ਗੁਰੂ ਰਾਮਦਾਸ ਸਾਹਿਬ ਜੀ ਦੇ ਕਰਕੇ ਇਸ ਖਾਨਦਾਨ ਨੂੰ ਕਿੰਨੇ ਕੁ ਭਾਗ ਲੱਗੇ ਨੇ? ਇਸ ਖਾਨਦਾਨ ਦੇ 'ਚ 7 ਗੁਰੂ, ਇਸ ਖਾਨਦਾਨ ਵਿੱਚ 4 ਸਾਹਿਬਜ਼ਾਦੇ,
इस खानदान दे विच बीबी भानी, माता गंगा, माता कृष्ण कौर, माता गुजर कौर, माता सुंदर कौर, साहब कौर वर्गी शख्सियतां, एक किड्डा क महान खानदान बन गया। ते गुरु अमरदास साहब जी ने कहा ही नहीं, वो कर भी विखाया। कल गुरता गद्दी परब सी ना, ते कहंदे सतगुरु ने वो वेला वेख्या, क्योंकि परख ते बड़ी कीती सी, वो भी ते परख हुई सी थड़े बनाउण दी, ते दोनों दमादां नूं कह दिता थड़े बनाओ। हुण थड़े ते बना रहे ने, साहब रोज बनवाउंदे ने ते कह दिंदे ने ठीक नहीं बनदे। जद दूजी तीजी वारी कहा ते भाई रामा जी दामाद जो सन वो बोल पए, कहंदे आप कहो जिम बिसरे फेर, इसमें दोष है क्या मेर। सतगुरु जी तुसी बुजुर्ग हो गए, तुहानू तुहाडा कहा आप ही भुल जांदा है। जिस तरह तुसी कहंदे उस तरह मैं बनाउंदा ते तुसी भुल जांदे हो। पर जद साहिब ने वेख्या भाई जेठा जी वल ते हथ जुड़ गए ते कहा सतगुरु मैं मत मंद अभाग विचारा, जान सक्यो ना कहो तुम्हारा। तुसी ते बड़े चंगे तरीके नाल समझा के जांदे हो, पर मेरी मत थोड़ी है, मैं ही अभागा भुल जांदा हाँ कि तुसी किस तरह समझाया। ये ते तुसी ही कृपा करो ते थड़ा बन सकदा है, नहीं ते मेरे वर्गे विचारे दी की बुकत है। जद निमरता नाल ये बचन कहा ना, गुरु अमरदास साहब जी ने घुट छाती नाल ला के कहा कि हुण ये बाहर दा थड़ा नहीं, वेखना चाहुंदा सी अंदर तेरे थड़ा बनिया कि नहीं बनिया, जिथे मैं बैठ सकां, जिथे गुरु नानक बैठ सके, प्रकाश हो सके गुरु नानक दा। ते वाकई च वो हिरदे रूपी थड़े उत्ते गुरु नानक रूप गुरु अमरदास साहब जी दी ओ पावन जोत बैठ गई। वो दिन आया कि इउं दीवान सजिया होया सी। ते गुरु अमरदास साहब सतगुरु जी ने बाबा बुढ़ा साहब जी नूं हुक्म कर दिता कि बाबा जी जाओ भाई जेठा जी नूं इशनान करवा के नवे वस्त्र पवा के लै आओ। बाबा बुढ़ा साहब जी गए, वेखदे की ने कि भाई जेठा जी मिट्टी ढोण दी सेवा कर रहे ने, ते जाके बाहों फड़ लिया ते टोकरी लैके एक पासे रखी ते जाके इशनान कराउण लई बिठा दिता। इतने आग्याकारी सन कि एक बारी नहीं पूछया बाबा जी की गल है, क्योंकि बाबा बुढ़ा साहब जी का इन्ना बड़ा सत्कार सी। गुरु दरबार दे विच इशनान कराया, नवे वस्त्र पवाए ते लैके आ गए दरबार विच। गुरु रामदास साहब जी भाई जेठा जी ने जद गुरु अमरदास साहब सतगुरु जी दे चरना उत्ते मत्था टेकिया ते गुरु अमरदास साहब जी उठ के खड़े हो गए। उठ के खड़े हो गए आसन तो, ते दोनों मोढियां तो फड़ के भाई जेठा जी नूं उत्थे बिठा दिता। ते सारी संगत नूं कहा गुरु की संगत अज दिन तो गुरु नानक देव साहब जी दी गुरगद्दी दे मालक भाई जेठा जी गुरु रामदास साहब सतगुरु ने ते सब ने इन्हां नूं मत्था टेकना है। सारी संगत ने हुक्म मन के मत्था टेक दिता। मोहरी पुत सन्मुख होआ राम दोसे पैरी पाए जियो। मोहरी जी गुरु अमरदास साहब जी दे सपुत्र भी उत्थे बैठे सी, उन्हां ने भी मत्था टेक दिता। जद मत्था सब ने टेक दिता, गुरु अमरदास साहब जी ने आप मत्था टेकिया ते कहंदे सामने गुरु अमरदास साहब जी खड़े ने ते गुरु रामदास साहब जी दे हथ जुड़ गए। अखां तो अमृत जल बह तुरिया, नीर दी झड़ी लग गई ते सतगुरु वाल के वेख के कहंदे ने जो हमरी बिद होती मेरे सतगुरा सा बिद तुम हर जानो आपे। मेरे सतगुरु जो मेरी हालत सी उन्हों तुसी जान दियो। मैं किस तरह लाहौर दी गलियां च रुलदा फिरदा सी, मैनू कोई गल भी नहीं सी पुछदा। ये दुनिया दी फितरत है। अमीर लोगों के बच्चे नूं ना जबरदस्ती लोग ना चुक चुक के प्यार करनगे, मान देणगे, क्योंकि अमीर दा बच्चा है। जो बहुता गरीब होवे ना उहदे बच्चे वाल कोई वेखना भी नहीं चाहुंदा। बन जाते हैं सब अपने
जब जर पास होता है। बन जाते हैं सब अपने जब जर पास होता है। टूट जाता है वो रिश्ता गरीबी में जो रिश्ता खास होता है। टूट जाता है वो रिश्ता गरीबी में जो रिश्ता खास होता है। इत्थे ते खास रिश्ते भी टुट जाते ने जद माँ बाप सिर ते ना होण कोई यतीम हो जावे। ते साहब कहंदे हम रुलते फिरते कोई बात ना पूछता। मैं ते रुलदा फिरदा सी कोई गल भी नहीं सी पुछदा। गुर सतगुर संग कीरे हम थापे। मेरे वर्गे कीड़े नूं थाप के तुसी पातशाह बना दिता। की नहीं कर सकदा मालक वाहिगुरू, की नहीं कर सकदा साडा गुरु। कीड़ा थाप दे पातशाही लश्कर करे सुवाह। पर गुरु रामदास साहब जी की निमरता वेखो, अपने आप नूं कीड़े वर्गा कहंदे ने, इन्नी निमरता। पर किसनों पता सी कि एक यतीम अनाथ गलियां च रुलण वाला बच्चा अज बैठा सोडी पातशाह रामदास सतगुरु कहावै बन जाणगे। ते उसे लाहौर दा महाराजा रणजीत सिंह जिसका हुक्म काबल कंधार मुल्तान कश्मीर ये दिल्ली तक जिसका हुक्म चलता सी। ये हरियाणा भी पहला पंजाब विच ही हुंदा सी। ये सारा सिख राज सी। ते वो महाराजा रणजीत सिंह कहंदे कल्लम कल्ले तुर के एक दिन ना दरबार साहब आ गए लाहौर तो। ते उत्थे दा प्रशासन अमृतसर दा वजीर कोतवाल दौड़ के चरना उत्ते डिगे। ते कहंदे महाराजा जी ये की खेड वरताई है तुसी दसिया ही नहीं। असी गेट लाउणे सन, शहर नूं सजाउणा सी, बैंड बाजियां नाल तुहाडा स्वागत करना सी। महाराजा दी सवारी आ रही, शान नाल आउणी चाहीदी है। महाराजा रणजीत सिंह पता है की कहंदे, महाराजा नहीं आया, गुरु रामदास साहब जी दे दर दा मंगता आया है। ते मंगतियां नूं भिखारियां नूं शान सोभदी नहीं है। याद रखियो जो गुरु दरबार भिखारी बन के आउंदा ना निमरता नाल, दात भी उसे दे झोली पैंदी है। जगत भिखारी फिरत है सबको दाता राम। आवत है जाका भीख मांगन भिखारी दीन देखत अधीन निरासो ना बिडार है। दास अक्सर बेनती करदा हुंदा कि गुरुद्वारे सरदार बन के ना आओ। बेशक सरदारी गुरु ने दिती है सानू। जनकी जात बरन कुलमा ही सरदारी ना भई कदा ही तिन ही को सरदार बनाओ तबै गोबिंद सिंह नाम कहाओ। सानू सरदारी गुरु ने दिती है। असी बाहर सरदार रहीए पर जद गुरुद्वारे आईए सिख बन के आईए, निमरता नाल आईए। ऐसा ना होवे कि आउंदियां गड्डी खड़ी करन लई ही दो चार गालां सेवादारां नूं कढ दित्तियां, किसी नूं कह दित्ता तेरे प्यो दा है। नानक फिक्का बोलिए तन मन फिक्का होए। कदी भी फिक्का ना बोलो। ना ही सेवादारां नूं संगत नाल किते कोई कौड़ा बोल बोलना चाहिदा है। जद भी कोई किसी नूं माड़ा बचन बोलदा है ना, जिस तरह माचिस की तीली है, पहला वो अपना मूँह साड़दी है तां दूजे नूं अग ला सकदी है। बहुते लोग सड़दे ही रहदे ने, वो अग ही लाई बैठे रहंदे ने। असल विच की है, गुरुद्वारे निमरता सिੱਖੀ ਦੀ जड़ है। दास ऐजे हडगंती सीसगंज साहब मैं वेखदा, पार्किंग है अंदर पर मेरी मर्जी है, जिथे मर्जी गड्डी लावांगा। तू कौन हुंदा कहण वाला? फिर ये ते ईगो हुई ना, हौमे। साकत हर रस साधन जो अंतर हौमे कंडा है। हौमे रूपी कंडा। तो वो कंडा हौमे रूपी कंडे ने की किया कि गड्डी ऐसी जगह खड़ी कर दी कि दूजी गड्डी टर्न ना लै सके, मोड़ी ना सके। हुण जिन्नी संगत आ रही दुखी, हुण वो कंडा अपने आप नूं ते चुभदा ही है, वो दूजियां नूं भी चुभण दा कारण बनदा, दूजियां नूं भी दुख दिंदा है। नहीं, हमेशा मिठा बोलो। गुरु रामदास साहब जी की मिठास, गुरु रामदास साहब जी निमरता हैरान कर देण वाली है। साहिब गुरु रामदास साहब सतगुरु दरबार साहब की कार सेवा करवा रहे, तो उतों काम वेखद्या होया, सेवा वेखद्या अचानक लंगर हाल विच आ गए। जब लंगर हाल विच आए तो संगतां सेवा कर रही सन। कोई सब्जी भाजी कट रहा है, कोई भांडे मांज रहा है, कोई सब्जी बना रहा है, कोई कट रहा है, कोई आटा गुन रहा है।
ਤੇ ਸਾਰੇ ਉੱਠ ਕੇ ਖੜੇ ਹੋ ਗਏ। ਸਭ ਨੇ ਚਰਨਾਂ ਤੇ ਮੱਥਾ ਟੇਕਿਆ। ਹੁਣ ਭਾਈ ਹਿੰਦਾਲ ਜੀ ਉਹ ਆਟਾ ਗੁੰਨਣ ਦੀ ਸੇਵਾ ਕਰ ਰਹੇ ਸਨ। ਹੁਣ ਲੰਗਰ ਦਾ ਪ੍ਰਸ਼ਾਦੇ ਬਣਾਉਣ ਲਈ ਉਹ ਆਟਾ ਗੁੰਨਿਆ ਜਾ ਰਿਹਾ ਹੈ ਤੇ ਉੱਠ ਕੇ ਖੜੇ ਹੋਏ ਤੇ ਸੋਚਿਆ ਸਾਰੇ ਮੱਥਾ ਟੇਕਣਾ, ਮੈਂ ਵੀ ਮੱਥਾ ਟੇਕਾਂ। ਪਰ ਅਚਾਨਕ ਸੋਚਿਆ ਵੀ ਦੁਬਾਰਾ ਫੇਰ ਆਟਾ ਗੁੰਨਣਾ ਹੈ, ਨਾਲੇ ਹੱਥਾਂ ਨੂੰ ਵੀ ਆਟਾ ਲੱਗਿਆ ਹੋਇਆ, ਤੇ ਜੇ ਹੱਥ ਥੱਲੇ ਰੱਖਾਂਗਾ ਜ਼ਮੀਨ ਤੇ ਲੰਗਰ ਦੀ ਬੇਅਦਬੀ ਹੋਵੇਗੀ। ਤੇ ਛੇਤੀ 'ਚ ਕੁਝ ਨਾ ਸੋਚਦੇ ਹੋਏ ਉਹ ਦੋਨੋਂ ਹੱਥ ਪਿੱਛੇ ਪਿੱਠ ਉੱਤੇ ਜੋੜ ਲੈ। ਜਦ ਪਿੱਠ ਉੱਤੇ ਜੋੜ ਲੈ ਤੇ ਮੱਥਾ ਟੇਕ ਦਿੱਤਾ। ਹੁਣ ਆਪਾਂ ਮੱਥਾ ਟੇਕਦੇ ਆਮ ਤੌਰ ਤੇ ਕੀ ਹੁੰਦਾ ਹੈ, ਇੱਕ ਹੱਥ ਦਾ ਜਾਂ ਦੋਨੋਂ ਹੱਥਾਂ ਦਾ ਸਹਾਰਾ ਲੈ ਕੇ ਉੱਠਦੇ ਆ। ਹੁਣ ਹੱਥ ਤੇ ਪਿੱਛੇ ਜੁੜੇ ਹੋਏ ਸੀ। ਉੱਠਿਆ ਗਿਆ ਨਾ, ਅੱਜ ਭਾਗ ਜਾਗ ਗਏ। ਉੱਠਿਆ ਗਿਆ ਨਾ, ਤੇ ਜਦ ਥੋੜੀ ਦੇਰ ਸਿਰ ਟਿਕਿਆ ਰਿਹਾ ਚਰਨਾਂ ਉੱਤੇ ਨਾ ਗੁਰੂ ਰਾਮਦਾਸ ਸਾਹਿਬ ਜੀ ਦੇ, ਤੇ ਅੱਜ ਅੰਦਰੋਂ ਹੀ ਡਿੱਗ ਗਏ। ਨਾਨਕ ਗਰੀਬ ਢਹਿ ਪਿਆ ਦੁਆਰੈ, ਹਰ ਮੇਲ ਲੇਹੋ ਵਡਿਆਈ। ਸਾਡੇ ਵਿੱਚੋਂ ਤੇ ਬਹੁਤੇ ਲੋਕ ਗੱਲ ਵੀ ਕਰ ਦਿੰਦੇ ਨੇ ਆ ਕੇ, ਕਹਿੰਦੇ ਮੱਥਾ ਟੇਕਦੇ ਆ ਵੀ ਸਾਨੂੰ ਚੇਤਾ ਨਹੀਂ ਰਹਿੰਦਾ ਕਿ ਮੱਥਾ ਟੇਕ ਰਹੇ ਆ, ਕਿਉਂਕਿ ਅੰਦਰ ਤਾਂ ਕੋਈ ਨਾ ਕੋਈ ਮੰਗ ਚੱਲ ਰਹੀ ਹੈ। ਅਰਦਾਸ ਖਤਮ ਥੋੜਾ ਹੋ ਜਾਂਦੀ ਖੜੇ ਖੜੇ, ਬਸ ਮੱਥਾ ਟੇਕੋ ਤਾਂ ਵੀ ਮੰਗੋ। ਨਹੀਂ, ਕਦੀ 30 ਸੈਕਿੰਡ ਲਈ ਵੀ ਸਿਰ ਟਿਕਾ ਕੇ ਫਿਰ ਮਹਿਸੂਸ ਕਰਿਓ ਕਿ ਮੇਰਾ ਸਿਰ ਗੁਰੂ ਦੇ ਚਰਨਾਂ 'ਚ ਭੇਟਾ ਹੋਇਆ ਹੈ। ਉਦੋਂ ਤੁਸੀਂ ਮਹਿਸੂਸ ਕਰੋਗੇ ਉਹ ਸੁੱਖ ਕਿਤੇ ਖਰੀਦਿਆ ਨਹੀਂ ਮਿਲਦਾ, ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਭਾਈ ਹਿੰਦਾਲ ਜੀ ਤੋਂ ਉੱਠਿਆ ਨਾ ਗਿਆ ਤੇ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਹਿੰਦਾਲ ਹੁਣ ਉੱਠ ਵੀ ਜਾ। ਜਦ ਕਿਹਾ ਨਾ ਉੱਠ ਵੀ ਜਾ, ਤੇ ਅੱਖਾਂ 'ਚ ਅਥਰੂ ਆ ਗਏ ਤੇ ਕਹਿ ਦਿੱਤਾ, ਮੇਰੇ ਸਤਿਗੁਰੂ ਡਿੱਗਣਾ ਆਇਆ ਏ, ਉੱਠਣਾ ਆਇਆ ਹੀ ਨਹੀਂ ਹੈ। ਜੇ ਆਪ ਹੀ ਕਿਰਪਾ ਕਰਕੇ ਉਠਾ ਦਿਓ ਤੇ ਉੱਠ ਸਕਦਾ, ਨਹੀਂ ਤੇ ਮੇਰੇ ਵੱਸ ਦੀ ਗੱਲ ਨਹੀਂ। ਗੁਰੂ ਰਾਮਦਾਸ ਸਾਹਿਬ ਜੀ ਨੇ ਅੰਤਰਜਾਮੀ ਸਤਿਗੁਰੂ ਨੇ ਅੰਦਰ ਪੜ੍ਹ ਲਿਆ ਕਿ ਅੱਜ ਵਾਕਈ 'ਚ ਡਿੱਗ ਪਿਆ ਹੈ, ਅੱਜ ਨਿਮਰਤਾ ਵਿੱਚ ਆ ਗਿਆ ਹੈ। ਦੋਨਾਂ ਮੋਢਿਆਂ ਤੋਂ ਫੜ ਕੇ ਉੱਪਰ ਉਠਾ ਕੇ ਤੇ ਛਾਤੀ ਨਾਲ ਲਾ ਕੇ ਕਹਿ ਦਿੱਤਾ, ਭਾਈ ਹਿੰਦਾਲ ਅੱਜ ਜ਼ਮੀਨ ਤੋਂ ਹੀ ਨਹੀਂ ਉੱਠਿਆ, ਅੱਜ ਜੀਵਨ ਦੇ ਵਿੱਚ ਵੀ ਬਹੁਤ ਉੱਚਾ ਉੱਠ ਗਿਆ ਹੈ। ਜਿਸ ਨੇ ਵੀ ਤੇਰੇ ਜੀਵਨ ਦੀ ਇਹ ਘਟਨਾ, ਇਹ ਕਥਾ ਸੁਣ ਲਈ, ਉਹਦੇ ਜੀਵਨ ਨੂੰ ਵੀ ਕਿਤੇ ਭਾਗ ਲੱਗ ਜਾਣਗੇ। ਅਸਲ ਵਿੱਚ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਦੀ ਜੋ ਨਿਮਰਤਾ ਹੈ ਉਹ ਵੇਖਣ ਵਾਲੀ ਹੈ। ਤਾਦੀ ਤੇ ਕਹਿੰਦੇ ਨੇ ਕਿ ਕੋਈ ਨਾਮ ਦਾ ਚਾਨਣਾ ਕਰ ਦਵੇ, ਹੋਂ ਤਿਸ ਵਿਟੋਂ ਚੌਖੰਨੀ ਹੈ। ਮੈਂ ਨਾਮ ਕਰੇ ਪ੍ਰਗਾਸ, ਮੇਰੇ ਪ੍ਰੀਤਮਾ ਹੋਂ ਜੀਵਾ ਨਾਮ ਤੇ ਆਏ। ਮੇਰੇ ਪ੍ਰੀਤਮਾ ਮੈਂ ਤੇ ਨਾਮ ਜਪਦਾ ਤਾਂ ਜੀਂਦਾ, ਨਹੀਂ ਤੇ ਮੌਤ ਹੈ। ਆਖਾਂ ਜੀਵਾਂ ਵਿਸਰਿਆ ਮਰ ਜਾਉ। ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਜੀ ਨੂੰ ਮਾਂ ਨੇ ਇੱਕ ਦਿਨ ਕਹਿ ਦਿੱਤਾ, ਮਾਤਾ ਤ੍ਰਿਪਤਾ ਜੀ ਨੇ, ਕਿ ਨਾਨਕ ਇਹ ਕੀ ਹਰ ਵੇਲੇ ਨਾਮ ਹੀ ਜਪਦਾ ਰਹਿੰਦਾ, ਕਦੀ ਕੁਝ ਖਾਣ ਨੂੰ ਮੰਗਦਾ ਨਹੀਂ ਹੈ। ਜੇ ਦੇ ਦਿੱਤਾ ਤੇ ਛਕ ਲਿਆ, ਨਹੀਂ ਤੇ ਕੋਈ ਮੰਗ ਨਹੀਂ। ਦੁਨੀਆ ਦੇ ਬੱਚੇ ਆਪਣੀ ਮਾਵਾਂ ਤੋਂ ਕੀ ਮੰਗਦੇ ਨੇ, ਮਾਵਾਂ ਖੁਸ਼ ਹੋ ਕੇ ਉਹਨਾਂ ਲਈ ਬਣਾਉਂਦੀਆਂ ਨੇ। ਮੇਰਾ ਵੀ ਦਿਲ ਕਰਦਾ ਕਿ ਤੂੰ ਕੁਝ ਮੰਗੇ, ਮੈਂ ਤੈਨੂੰ ਤੇਰੇ ਪਸੰਦ ਦੀ ਚੀਜ਼ ਬਣਾ ਕੇ ਖਵਾਵਾਂ। ਇਹ ਕੀ ਹਰ ਵੇਲੇ ਨਾਮ ਹੀ ਆਖਦਾ ਰਹਿੰਦਾ, ਇਸ ਤਰ੍ਹਾਂ ਜੀਵੇਂਗਾ ਕਿਸ ਤਰ੍ਹਾਂ? ਤੇ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ, ਮਾਂ ਆਖਾਂ ਜੀਵਾਂ, ਇਹ ਨਾਮ ਆਖਦਾ ਤਦੀ ਤੇ ਜੀਂਦਾ, ਨਹੀਂ ਤੇ ਮੌਤ ਹੈ। ਵਿਸਰਿਆ ਮਰ ਜਾਉ, ਜੇ ਵਿਸਰ ਜਾਵੇ ਨਾਮ ਤੇ ਮੌਤ ਹੈ। ਵਾਕਈ 'ਚ ਜੋ ਵੀ ਨਾਮ ਤੋਂ ਬਿਨਾਂ ਜੀ ਰਿਹਾ ਹੈ, ਸਿਮਰਨ ਤੋਂ ਬਿਨਾਂ ਜੀ ਰਿਹਾ ਹੈ, ਉਹ ਮੁਰਦਾ ਹੀ ਹੈ। ਕਹਿ ਨਹੀਂ ਦਿੱਤਾ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਵੰਤ, ਮਿਰਤਕ ਕਹੀਆਂ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ। ਵਾਹਿਗੁਰੂ ਜੀ ਦੇ ਨਾਮ ਨਾਲ ਜਿਸ ਨੂੰ ਪ੍ਰੀਤ ਨਹੀਂ, ਉਹ ਤੇ ਸਮਝੋ ਮਰਿਆ ਹੋਇਆ ਹੈ। ਜਿਸ ਦਾ ਜ਼ਮੀਰ ਮਰਿਆ ਹੋਇਆ, ਅਸਲ ਵਿੱਚ ਮੌਤ ਉਹਦੀ ਹੁੰਦੀ ਹੈ। ਜਿਹੜਾ ਹਾਰਟ ਅਟੈਕ ਨਾਲ ਮਰ ਗਿਆ, ਐਕਸੀਡੈਂਟ ਵਿੱਚ ਮਰ ਗਿਆ, ਉਹ ਨਹੀਂ ਮਰਦਾ। ਕੌਣ ਮੁਆਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਇਹ ਤਾਂ ਚਲਤ ਭਇਆ ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕੌਣ ਟੇਕ। ਕੀ ਮਰਿਆ? ਕੁਝ ਵੀ ਨਹੀਂ ਮਰਿਆ। 5 ਤੱਤ ਸਨ। ਅੱਗ ਅੱਗ ਵਿੱਚ ਸਮਾ ਗਈ, ਪਾਣੀ ਪਾਣੀ 'ਚ ਸਮਾ ਗਿਆ, ਆਕਾਸ਼ ਆਕਾਸ਼ ਵਿੱਚ, ਮਿੱਟੀ ਮਿੱਟੀ 'ਚ। ਕੀ ਮਰਿਆ? ਕੁਝ ਵੀ ਨਹੀਂ ਮਰਿਆ।
ਆਤਮਾ ਤੇ ਕਦੀ ਮਰਦੀ ਨਹੀਂ ਹੈ, ਆਤਮਾ ਤੇ ਪਰਮਾਤਮਾ ਦਾ ਅੰਸ਼ ਹੈ, ਤੇ ਮਰਿਆ ਕੀ? ਕੁਝ ਵੀ ਨਹੀਂ ਮਰਿਆ। ਕਹਿੰਦੇ ਅਸਲ ਮਰਿਆ ਕੌਣ? ਜਿਹਦਾ ਜ਼ਮੀਰ ਮਰ ਗਿਆ, ਉਹਦੀ ਮੌਤ ਹੋ ਗਈ। ਤੇ ਸਾਹਿਬ ਅੱਜ ਇਹ ਕਹਿ ਰਹੇ ਨੇ, ਬਿਨ ਨਾਮੈ ਜੀਵਨ ਨਾ ਥੀਏ, ਮੇਰੇ ਸਤਿਗੁਰ ਨਾਮ ਦਰੜਾਏ। ਨਾਮ ਤੋਂ ਬਿਨਾ ਜੀਵਨ ਹੈ ਹੀ ਨਹੀਂ, ਨਾਮ ਤੋਂ ਬਿਨਾ ਤ੍ਰਿਕਾਰ ਹੈ ਜੀਵਨ ਉੱਤੇ। ਰਹਾਉ ਦੇ ਕੇ ਕਹਿੰਦੇ, ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ। ਇਹ ਨਾਮ ਬਹੁਤ ਕੀਮਤੀ ਹੈ, ਹੀਰਾ ਹੈ। किन्ही बंजा कांसी तांबा, किन्ही लौंग सुपारी, संत बंजा नाम गोबिंद का, ऐसी खेप हमारी। रत्ना रतन पदार्थ बहु सागर भरिया, राम बाणी गुरबाणी लागे, तिन हथ चढ़िया राम। ये रतन है, ये इहो जिहा रतन है, कोई खो नहीं सकता इनू, ये नाल ही जाता है। जे कोई कीमती रतन किसी कोल होण ना, तो उन्हें खतरा बनिया रहिंदा है। कोई हमला करके जान ही ना लै लवे, कोई लुट के ही ना लै जावे, नहीं तो फिर मरन लग्या तो इत्थे रह ही जाना है सब कुछ। पर कहंदे नाम इहो जिहा रतन है, ये नाल ही जाता है। ये बिल्कुल इउं जैसे हीरा हाथ में तनक से दिखाई देता है, मोल की ते दमकन भरत भंडार जी कहंदे, गुरु के सिखा हीरा तकिया। कई हीरे बहुत छोटे हुंदे ने, तली ते धर लो तो बहुता भार नहीं है उहदा, ਤੇ ਜਿਹਨੂੰ ਪਰਖ ਨਹੀਂ, ਉਹ ਕੱਚ ਦਾ ਟੁਕੜਾ ਸਮਝ ਕੇ ਸੁੱਟ ਸਕਦਾ। ਪਰ ਕਹਿੰਦੇ ਉਹ ਕੱਚ ਦਾ ਟੁਕੜਾ ਨਹੀਂ, ਜਦੋਂ ਜੋਹਰੀ ਕੋਲ ਪੁੱਜਦਾ ਹੈ, ਐਸੇ ਐਸੇ ਕੀਮਤੀ ਹੀਰੇ ਨੇ ਕਿ ਇਤਨੀ ਦੌਲਤ ਮਿਲਦੀ ਹੈ ਕਿ ਗਰੀਬੀ ਦੂਰ ਹੋ ਜਾਂਦੀ ਹੈ, ਦਮੜਿਆਂ ਨਾਲ ਘਰ ਭਰ ਜਾਂਦਾ ਹੈ। ਜੈਸੇ ਬਰਬਾਂਦੇ ਹੁੰਡੀ ਲਾਗਤ ਨਾ ਭਾਰ, ਕਛੂ ਆਗੇ ਜਾਏ ਪਾਇਤ ਲక్ష్ਮੀ ਅਪਾਰ ਜੀ। ਕਹਿੰਦੇ ਗੁਰੂ ਕੇ ਸਿੱਖਾਂ ਹੁੰਡੀ ਵੇਖੀ ਹੈ। ਹੁੰਡੀ ਉਦੋਂ ਐਸਾ ਹੁੰਦਾ ਸੀ कि ਵਪਾਰ ਕਰਨ ਵਾਲੇ ਵਪਾਰੀ ਸ਼ਾਹੂਕਾਰ ਉਹ ਰਾਹ ਵਿੱਚ ਦੌਲਤ ਲੈ ਕੇ ਨਹੀਂ ਤੁਰਦੇ ਹੁੰਦੇ ਸੀ, ਕਿਉਂਕਿ ਇਤਨੀ ਵਸੋਂ ਨਹੀਂ ਸੀ ਹੁੰਦੀ। ਰਾਹ ਵਿੱਚ ਲੁਟੇਰੇ ਡਾਕੂ ਹੁੰਦੇ ਸਨ, ਹਮਲਾ ਕਰਕੇ ਲੁੱਟ ਲੈਣਗੇ। ਤੇ ਉਹ ਕੀ ਕਰਦਾ ਸੀ, ਇੱਥੇ ਦੇ ਸ਼ਾਹੂਕਾਰ ਨੂੰ, ਹੁੰਡੀ ਕਰਨ ਵਾਲੇ ਨੂੰ ਦੌਲਤ ਫੜਾਈ, ਉਹਨੇ ਇੱਕ ਕਾਗਜ਼ ਦਾ ਰੁੱਕਾ ਟੁਕੜਾ ਲਿਖ ਕੇ ਦੇ ਦਿੱਤਾ। ਅਗਲੇ ਸ਼ਹਿਰ ਜਾ ਕੇ ਉਹ ਕਾਗਜ਼ ਵਿਖਾਇਆ ਤੇ ਉਤਨੀ ਦੌਲਤ ਮਿਲ ਗਈ। ਉਹਨੂੰ ਭਾਵੇਂ ਗੱਠ ਬੰਨ ਲਓ, ਭਾਵੇਂ ਜੇਬ ਵਿੱਚ ਪਾ ਲਓ, ਉਹਦਾ ਕਿਹੜਾ ਭਾਰ ਹੈ। ਅੱਜ ਦੇ ਟਾਈਮ ਵਿੱਚ ਇਉਂ ਕਹਿ ਲਓ, ਕੋਈ ਟਰੈਵਲ ਚੈੱਕ ਬਣਵਾ ਲਿਆ, ਕੋਈ ਡਰਾਫਟ ਬਣਵਾ ਲਿਆ, ਬੰਦੇ ਕ੍ਰੈਡਿਟ ਕਾਰਡ ਵਰਤਦੇ ਨੇ, ਕੀ ਭਾਰ ਹੈ, ਜੇਬ ਵਿੱਚ ਰੱਖ ਲਓ। ਪਰ ਉਹ ਕਾਗਜ਼ ਦਾ ਟੋਟਾ ਨਹੀਂ ਹੈ, ਉਹਦੇ 'ਚ ਇਤਨਾ ਕੁਝ ਹੈ ਕਿ ਤੁਸੀਂ ਦੂਜੇ ਸ਼ਹਿਰ, ਦੂਜੇ ਦੇਸ਼ ਚਲੇ ਜਾਓ, ਤੁਸੀਂ ਮੁਹਤਾਜ ਨਹੀਂ ਹੁੰਦੇ ਕਿਸੇ ਦੇ। जैसे बट बीज अत सूखम स्वरूप होत, बोए ते करे बेबिद बिरख बिथार जी। कहते बोहड़ का दरख्त वेख्या, ਇਹਦਾ ਬੀਜ बड़ा बरीक ਹੁੰਦਾ है, जे किसी ने ना तकिया होवे तो उन्हें पता ही नहीं होगा एडा वड्डा दरख्त पेड़ ਇਹਦੇ 'ਚ लुकिया होया, जद बीजते ने पता लगता है। तैसे गुर बचन संचन सखन में जानिए महतम गए हरद्वार जी। कहते बिल्कुल इउं ਸਿੱਖਾਂ ਕੋਲ ਗੁਰੂ ਦੇ ਬਚਨ ਨੇ, ਗੁਰੂ ਦੇ ਬਚਨਾਂ ਰਾਹੀਂ ਮਿਲਿਆ ਹੋਇਆ ਮਾਲਕ ਵਾਹਿਗੁਰੂ ਦਾ ਨਾਮ ਹੈ, ਜੋ ਗੁਰੂ ਦਿੰਦਾ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ। ਤੇ ਜਿਹਦੇ ਕੋਲ ਇਹ ਨਾਮ ਦੀ ਦਾਤ ਹੈ, ਉਸ ਸੱਚੀ ਦਰਗਾਹ ਦੇ ਵਿੱਚ ਵੀ ਬਾਹਾਂ ਲੋੜਦਾ ਹੋਇਆ ਜਾਂਦਾ ਹੈ। ਸਤਿਗੁਰ ਸੇਵੇਂ ਲੱਗਿਆਂ ਕੱਢ ਰਤਨ ਦੇਵਿਆ ਪ੍ਰਗਾਸ। ਸਤਿਗੁਰੂ ਦੀ ਸੇਵਾ 'ਚ ਲੱਗਣ ਨਾਲ ਗੁਰੂ ਉਹ ਕੀਮਤੀ ਰਤਨ ਕੱਢ ਕੇ ਦੇ ਦਿੰਦਾ। ਧਨ ਵਡਭਾਗੀ ਆ ਜੋ ਆਏ ਮਿਲੇ ਗੁਰ ਪਾਸ। ਕਹਿੰਦੇ ਉਹ ਧਨ ਨੇ ਵਡਭਾਗੀ, ਉਹਨਾਂ ਦੇ ਵੱਡੇ ਭਾਗ ਨੇ ਜੋ ਆ ਕੇ ਗੁਰੂ ਕੋਲ ਮਿਲਦੇ ਨੇ ਤੇ ਨਾਮ ਰਤਨ ਪ੍ਰਾਪਤ ਕਰਦੇ ਨੇ। ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਵਸ ਕਾਲ। ਜਿਨ੍ਹਾਂ ਨੂੰ ਸਤਿਗੁਰੂ ਨਹੀਂ ਮਿਲਿਆ ਨਾ, ਉਹ ਤੇ ਅਭਾਗੇ ਨੇ, ਭਾਗਹੀਣੇ ਨੇ, ਉਹ ਤੇ ਕਾਲ ਦੇ ਵਸ ਪੈ ਜਾਂਦੇ ਨੇ। ਉਹ ਫਿਰ ਜੂਨ ਭਵਾਈਆਂ ਵਿੱਚ ਵਿਸ਼ਟਾ ਕਰ ਵਿਕਰਾਲ। ਉਹ ਤੇ ਬਾਰ-ਬਾਰ ਜੰਮਦੇ ਨੇ ਤੇ ਮਰਦੇ ਨੇ, ਵਿਸ਼ਟਾ ਦੇ ਕੀੜੇ ਬਣਦੇ ਨੇ। ਕਈ ਵਾਰੀ ਬੰਦਾ ਕਹਿ ਨਹੀਂ ਦਿੰਦਾ, ਕਿਸੇ ਬੰਦੇ ਦੇ ਕਰਮ ਇਤਨੇ ਮਾੜੇ ਹੁੰਦੇ ਨੇ ਕਿ ਲੋਕ ਕਹਿ ਦਿੰਦੇ ਨੇ ਗੰਦੀ ਨਾਲੀ ਦਾ ਕੀੜਾ ਏ। ਤੇ ਫਿਰ ਕਈ ਜਨਮ ਪਾਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ।
ਕਹਿੰਦੇ ਬਾਰ-ਬਾਰ ਵਿਸ਼ਟਾ ਦੇ ਕੀੜੇ ਬਣਦੇ ਨੇ ਉਹ ਜਿਨ੍ਹਾਂ ਕੋਲ ਮਾਲਕ ਵਾਹਿਗੁਰੂ ਜੀ ਦਾ ਨਾਮ ਨਹੀਂ ਹੈ। ਉਹਨਾਂ ਪਾਸ ਦੁਆਸ ਨਾ ਭਿੱਟੀ ਹੈ ਜਿਨ ਅੰਤਰ ਕ੍ਰੋਧ ਚੰਡਾਲ। ਕਹਿੰਦੇ ਉਹਨਾਂ ਦੇ ਤੇ ਨੇੜੇ ਵੀ ਨਹੀਂ ਲੱਗਣਾ ਚਾਹੀਦਾ। ਜਿਨ੍ਹਾਂ ਕੋਲ ਕ੍ਰੋਧ ਹੈ, ਕ੍ਰੋਧ ਰੂਪੀ ਚੰਡਾਲ ਹੈ, ਕਹਿੰਦੇ ਉਹ ਆਪ ਵੀ ਚੰਡਾਲ ਬਣ ਜਾਂਦੇ ਨੇ। ਹਰਿਦੁਆਰ ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਜੀ ਗਏ ਨੇ ਤੇ ਮਰਦਾਨਾ ਜੀ ਨਾਲ ਨੇ, ਬੈਠੇ ਨੇ, ਤੇ ਸਾਹਮਣੇ ਵੇਖਿਆ ਇੱਕ ਵੈਸ਼ਨੋ ਸਾਧ ਜਿਹੜਾ ਹੈ ਉਹਨੇ ਬੜਾ ਹੀ ਪਾਖੰਡ ਕੀਤਾ। ਉਹਨੇ ਧਰਤੀ ਖੋਦੀ, ਫਿਰ ਉਹਨੂੰ ਬਰਾਬਰ ਕੀਤਾ, ਫਿਰ ਉਹਨੂੰ ਲੀਪਿਆ, ਫਿਰ ਇੱਟਾਂ ਧੋਈਆਂ, ਉਹ ਰੱਖੀਆਂ, ਫਿਰ ਜੋ ਲੱਕੜਾਂ ਬਾਲਣੀਆਂ ਸਨ ਉਹਨਾਂ ਉੱਤੇ ਵੀ ਇੱਦਾਂ ਗੰਗਾ ਜਲ ਛਿੜਕਿਆ ਤੇ ਅੱਗ ਬਾਲੀ। ਇੱਧਰੋਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਖੇਡ ਵਰਤਾਈ, ਸਮਝਾਉਣਾ ਸੀ, ਤੇ ਮਰਦਾਨਾ ਜੀ ਨੂੰ ਕਿਹਾ ਜਾ ਉਸ ਤੋਂ ਅੱਗ ਮੰਗ ਕੇ ਲੈ ਆ। ਇਹ ਪਿੰਡਾਂ 'ਚ ਨਾ 35-40 ਸਾਲ ਪਿੱਛੇ ਚਲੇ ਜਾਓ ਤੇ ਉਦੋਂ ਲੋਕ ਦੂਜੇ ਦੇ ਘਰ ਤੋਂ ਅੱਗ ਮੰਗ ਕੇ ਵੀ ਲਿਆਉਂਦੇ ਸੀ। ਆਪਣੇ ਘਰ ਮਾਚਿਸ ਦੀ ਤੀਲੀ ਨਹੀਂ ਹੈ, ਇਹ ਲਾਈਟਰ ਜਾਂ ਗੈਸ ਦਾ ਜ਼ਮਾਨਾ ਨਹੀਂ ਸੀ ਹੁੰਦਾ, ਤੇ ਲੋਕ ਜਾ ਕੇ ਨਾ ਇੱਕ ਥਾਲੀ ਲੈ ਜਾਣੀ, ਉੱਥੋਂ ਅੰਗਾਰ ਲੈ ਆਉਣੇ ਜਾਂ ਇੱਕ ਬਲਦੀ ਲੱਕੜ ਲਿਆਉਣੀ ਤੇ ਇੱਧਰ ਆਪਣਾ ਚੁੱਲ੍ਹ ਬਾਲ ਲੈਣਾ ਤੇ ਕਿਹਾ ਜਾ ਕੇ ਅੱਗ ਲੈ ਆ। ਮਰਦਾਨਾ ਜੀ ਗਏ ਅੱਗ ਲੈਣ। ਉਸ ਵੈਸ਼ਨੋ ਸਾਧ ਨੇ ਵੇਖਿਆ ਇਹ ਮਰਾਸੀ, ਇਹਨੇ ਤੇ ਮੇਰਾ ਇਹ ਚੌਂਕਾ ਹੀ ਭੇਟ ਦਿੱਤਾ ਹੈ। ਉਹ ਅੱਗ ਤੇ ਕੀ ਦੇਣੀ ਸੀ, ਇਤਨਾ ਕ੍ਰੋਧ 'ਚ ਆਇਆ ਕਿ ਮਾੜੇ ਬੋਲ ਬੋਲਦਿਆਂ ਚਵਾਤੀ ਉਹ ਮਸ਼ਾਲ ਅੱਗ ਦੀ ਲੈ ਕੇ ਤੇ ਮਾਰਨ ਦੌੜਿਆ ਅੱਗੇ ਅੱਗੇ, ਮਰਦਾਨਾ ਜੀ ਪਿੱਛੇ ਪਿੱਛੇ। ਉਹ ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਦੇ ਪਿੱਛੇ ਜਾ ਕੇ ਮਰਦਾਨਾ ਜੀ ਲੁਕ ਗਏ। ਸਤਿਗੁਰੂ ਨੇ ਕਿਹਾ ਕੀ ਹੋਇਆ ਸਾਧ ਜੀ, ਕਿਉਂ ਇਤਨਾ ਕ੍ਰੋਧ? ਕਹਿੰਦੇ ਸਤਿਗੁਰੂ ਇਸ ਨੇ ਚੰਡਾਲ ਨੇ ਮੇਰਾ ਚੌਂਕਾ ਭੇਟ ਦਿੱਤਾ ਹੈ, ਨੀਵੀਂ ਜਾਤ ਦਾ ਹੈ। ਸਾਹਿਬ ਕਹਿੰਦੇ ਕਿ ਸਾਧ ਜੀ ਇਹਨੂੰ ਕਿੱਥੇ ਚੰਡਾਲ ਕਹਿ ਰਹੇ ਹੋ, ਇਹ ਚੰਡਾਲ ਨਹੀਂ, ਚੰਡਾਲ ਤੇ ਤੁਸੀਂ ਬਣੇ ਹੋਏ ਹੋ, ਕਿਉਂਕਿ ਤੁਹਾਡੇ ਅੰਦਰ ਉਹ ਸਾਰੀ ਭੈੜੀ ਜਾਤਾਂ ਬੈਠੀਆਂ ਨੇ। ਕੁਬਦ ਡੂਮਣੀ, ਭੈੜੀ ਮਤ ਡੂਮਣੀ ਹੈ। ਕੋ ਦਇਆ ਕਸਾਇਣ, ਦਇਆ ਹੈ ਨਹੀਂ, ਕਠੋਰਪੁਣਾ ਕਸਾਈਪੁਣਾ ਹੈ ਤੁਹਾਡੇ ਵਿੱਚ। ਪਰ ਨਿੰਦਾ ਘਟ ਚੂਹੜੀ, ਅੰਤਰ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀ ਜੇ ਚਾਰੇ ਬੈਠੀਆਂ ਨਾਲ। ਕਹਿੰਦੇ ਉਹ ਕਾਰ ਕੱਢਣ ਨਾਲ ਕੀ ਹੋਵੇਗਾ, ਚੌਂਕਾ ਪਵਿੱਤਰ ਕਰਨ ਨਾਲ ਕੀ ਹੋਵੇਗਾ, ਜੇ ਸਾਰੀ ਮਾੜੀ ਜਾਤਾਂ ਤੁਹਾਡੇ ਅੰਦਰ ਬੈਠੀਆਂ ਨੇ। ਤੇ ਸਾਹਿਬ ਕਹਿੰਦੇ ਨੇ ਉਹਨਾਂ ਪਾਸ ਦੁਆਸ ਨਾ ਭਿੱਟੀ ਹੈ ਜਿਨ ਅੰਤਰ ਕ੍ਰੋਧ ਚੰਡਾਲ, ਜਿਨ੍ਹਾਂ ਦੇ ਅੰਦਰ ਕ੍ਰੋਧ ਰੂਪੀ ਚੰਡਾਲ ਹੈ। ਸਤਿਗੁਰ ਪੁਰਖ ਅੰਮ੍ਰਿਤਸਰ ਵਡ ਭਾਗੀ ਨਹਵੇਂ ਆਏ। ਕਹਿੰਦੇ ਸਤਿਗੁਰੂ ਅੰਮ੍ਰਿਤ ਸਰੋਵਰ ਹੈ, ਵਡ ਭਾਗੀ ਆ ਕੇ ਇਸ਼ਨਾਨ ਕਰਦੇ ਨੇ। ਇਹ ਇਸ਼ਨਾਨ ਹੋ ਰਿਹਾ ਤੁਹਾਡਾ, ਇਹ ਅੰਮ੍ਰਿਤ ਵਰਸ ਰਿਹਾ, ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਜੋ ਘਰ ਇਸ਼ਨਾਨ ਕਰਕੇ ਆਇਓ ਨਾ, ਬਾਥਰੂਮ ਵਿੱਚ ਉਹ ਅਧੂਰਾ ਇਸ਼ਨਾਨ ਹੈ, ਪੂਰਾ ਇਸ਼ਨਾਨ ਇੱਥੇ ਮਿਲਦਾ। ਗੁਰ ਦਰਿਆਓ ਸਦਾ ਜਲ ਨਿਰਮਲ, ਇਹ ਗੁਰੂ ਇੱਕ ਦਰਿਆ ਹੈ, ਇੱਥੇ ਸਦਾ ਹੀ ਨਿਰਮਲ ਜਲ ਹੈ, ਇਹ ਮੈਲਾ ਹੁੰਦਾ ਹੀ ਨਹੀਂ। ਇਹ ਬਾਣੀ ਰੂਪੀ ਅੰਮ੍ਰਿਤ, ਇਹ ਕਦੀ ਮੈਲਾ ਹੁੰਦਾ ਹੀ ਨਹੀਂ। ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੇ, ਸਤਿਗੁਰ ਪਾਈਆ ਪੂਰਾ ਨਹਮਣ, ਪਸ਼ੂ ਪਰੇ ਤੋਂ ਦੇਵ ਕਰੇ। ਕਹਿੰਦੇ ਇੱਥੇ ਆ ਕੇ ਅੰਦਰ ਧੋਣਾ ਮਿਲਦਾ ਹੈ। ਦਾਸ ਬੇਨਤੀ ਕਰਦਾ ਹੁੰਦਾ ਹੈ ਕਿ ਦੁਨਿਆਵੀ ਮਕਾਨ ਭਾਵੇਂ ਤੁਸੀਂ ਸੋਨੇ ਦਾ ਬਣਾ ਲਓ, ਹੀਰੇ ਜਵਾਹਰਾਤਾਂ ਦੇ ਦਰਵਾਜ਼ੇ ਲਗਾ ਲਓ, ਪਰ ਉਹ ਰਹਿਣ ਲਾਇਕ ਤਦ ਤੱਕ ਨਹੀਂ ਜਦ ਤੱਕ ਉਹਦੇ 'ਚ ਪਾਣੀ ਦਾ ਇੰਤਜ਼ਾਮ ਨਹੀਂ ਹੈ। ਪਾਣੀ ਤੋਂ ਬਿਨਾਂ ਨਹੀਂ ਰਹਿ ਸਕੋਗੇ, ਇੱਕ ਦਿਨ 'ਚ ਬਦਬੂ ਮਾਰਨ ਲੱਗ ਜਾਵੇਗਾ। ਬਿਲਕੁਲ ਇਉਂ ਸਾਡਾ ਹਿਰਦਾ ਰੂਪੀ ਘਰ ਹੈ, ਜਿੱਥੇ ਤੁਸੀਂ ਵਾਹਿਗੁਰੂ ਨੂੰ ਵਸਾਉਣਾ ਚਾਹੁੰਦੇ ਹੋ, ਗੁਰੂ ਨੂੰ ਟਿਕਾਉਣਾ ਚਾਹੁੰਦੇ ਹੋ। ਯਾਦ ਰੱਖਿਓ ਇਹ ਸਰੀਰ ਰੂਪੀ ਘਰ ਜੇ ਅੰਦਰ ਬਾਣੀ ਨਹੀਂ ਹੈ ਨਾ, ਤੇ ਇਹ ਵੀ ਬਦਬੂ ਮਾਰਨ ਲੱਗ ਜਾਂਦਾ ਹੈ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਂ ਕੈ ਦੁਰਗੰਧ। ਸਤਿਗੁਰੂ ਜੀ ਕਹਿ ਰਹੇ ਨੇ
ਕਿ ਇਹ ਸਤਿਗੁਰੂ ਅੰਮ੍ਰਿਤ ਸਰੋਵਰ ਹੈ। ਸਤਿਗੁਰ ਪੁਰਖ ਅੰਮ੍ਰਿਤਸਰ ਵਡ ਭਾਗੀ ਨਹਵੇਂ ਆਏ, ਵੱਡੇ ਭਾਗਾਂ ਵਾਲੇ ਆ ਕੇ ਇੱਥੇ ਇਸ਼ਨਾਨ ਕਰਦੇ ਨੇ। ਉਨ ਜਨਮ ਜਨਮ ਕੀ ਮੈਲ ਉਤਰੈ, ਨਿਰਮਲ ਨਾਮ ਦ੍ਰਿੜਾਏ। ਉਹਨਾਂ ਦੀ ਜਨਮਾਂ ਜਨਮਾਂਤਰਾਂ ਦੀ ਮੈਲ ਉਤਰ ਜਾਂਦੀ ਹੈ ਤੇ ਨਿਰਮਲ ਨਾਮ ਅੰਦਰ ਪੱਕਾ ਹੁੰਦਾ ਹੈ। ਇੱਥੇ ਅੰਮ੍ਰਿਤ ਵਰਸਦਾ ਹੈ। ਐਵੇਂ ਥੋੜਾ ਕਹਿ ਦਿੱਤਾ ਹੋਵੈ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸੋਂ ਝੱਟੀ ਹੈ। ਇਹ ਗੁਰੂ ਅੰਗਦ ਦੇਵ ਸਾਹਿਬ ਸਤਿਗੁਰੂ, ਜਦ ਤੁਸੀਂ ਦਰਬਾਰ ਵਿੱਚ ਸੱਜ ਬੈਠਦੇ ਹੋ ਤੇ ਤੁਹਾਡੇ ਦਰਬਾਰ ਵਿੱਚ ਉਸ ਮਾਲਕ ਵਾਹਿਗੁਰੂ ਜੀ ਦੀ ਸਿਫਤੋ ਸਲਾਘਾ ਹੁੰਦੀ ਹੈ, ਉਦੋਂ ਉਸ ਸੱਚੀ ਦਰਗਾਹ ਤੋਂ ਇੱਕ ਨੂਰ ਝੱਟਿਆ ਜਾਂਦਾ ਹੈ। ਉਹ ਅੰਮ੍ਰਿਤ ਵਰਸਦਾ ਤੁਹਾਡੀ ਨਜ਼ਰ ਵਿੱਚ ਆ ਜਾਂਦਾ ਹੈ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਉਹਦੀ ਫਿਰ ਜਨਮਾਂ ਜਨਮਾਂਤਰਾਂ ਦੀ ਮੈਲ ਕੱਟ ਜਾਂਦੀ ਹੈ। ਜਨ ਨਾਨਕ ਉੱਤਮ ਪਦ ਪਾਇਆ, ਸਤਿਗੁਰ ਕੀ ਲਿਵ ਲਾਏ। ਦਾਸ ਨਾਨਕ ਨੇ ਉੱਤਮ ਪਦ ਦੀ ਪ੍ਰਾਪਤੀ ਤਦ ਕੀਤੀ ਜਦ ਸਤਿਗੁਰੂ ਨੇ ਸੁਰਤ ਨੂੰ ਉਸ ਮਾਲਕ ਵਾਹਿਗੁਰੂ ਜੀ ਨਾਲ ਜੋੜ ਦਿੱਤਾ। ਇਤਨਕ ਸੇਵਾ ਪ੍ਰਵਾਨ ਕਰਨੀ, ਬੇਅੰਤ ਹੋਈਆਂ ਭੁੱਲਾਂ ਬਖਸ਼ ਲੈਣਾ। ਦਿਓ ਅਸੀਸ ਕਥਾ ਕਰਨ ਦੀ ਜਾਚ ਆ ਜਾਵੇ। ਸਾਂਝੇ ਤੌਰ ਤੇ ਸਭ ਲਈ ਅਰਦਾਸ ਹੈ, ਸ੍ਰੀ ਹਰਿ ਕ੍ਰਿਸ਼ਨ ਤਿਹਾਈ ਹੈ। ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ, ਹਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ